कि ये मर्डर जग्गू भगवानपुरिया ने आप करवाया आप करवाया सत्ते के थ्रू और सत्ते ਨੂੰ ਵੀ ਮਰਵਾਇਆ। तो बैकग्राउंड ਦੇ ਵਿੱਚ ਜਾਓਗੇ कई पुलिस अफसर भी फंस जाएंगे और कई पॉलिटिशियन भी ਇਹਦੇ ਵਿੱਚ फंस जाएंगे। तो देखो मेरे को सबूत है और डीजीपी जहाँ जेल वाले मुंह विखाउन के काबिल नहीं रहेंगे जो वो सबूत मैं सामने करांगा। गगनेजा साहब वो किसी भी जथेबंदी तो संबंध रखते होंगे, उन्हों का मर्डर जलंधर ਦੇ ਵਿੱਚ ਹੋਇਆ। ਉਹ ਕਿਉਂ ਹੋਇਆ, ਕਿਸਨੇ ਕਰਵਾਇਆ, ਨਾ ਸੀਬੀਆਈ ਸੱਚਾਈ ਸਾਹਮਣੇ ਲਿਆ ਸਕੀ, ਨਾ ਪੰਜਾਬ ਪੁਲਿਸ। ਜੋ ਇਨਵੈਸਟੀਗੇਸ਼ਨ ਹੈ ਨਾ ਜੀ ਉਸ ਨੂੰ ਕੋਈ ਚੈਲੰਜ ਕਰ ਹੀ ਨਹੀਂ ਸਕਦਾ ਹੈ। ਜੇਕਰ ਥੋੜਾ ਸਾ ਕੋਈ ਉਹਦੇ ਵਿੱਚ ਕੋਸ਼ਿਸ਼ ਕਰੇਗਾ ਨਾ ਜੀ ਤਾਂ ਉਹਦਾ ਹੋਰ ਜ਼ਿਆਦਾ ਪਿਟਾਰਾ ਖੁੱਲ ਜਾਣਾ। ਅਰੁਣ ਜੇਟਲੀ ਜੀ ਇਲੈਕਸ਼ਨ ਲੜੇ ਸੀਗੇ, ਹੁਣ ਇਸ ਦੁਨੀਆ ਦੇ ਵਿੱਚ ਨਹੀਂ ਹਨ। ਮੈਂ ਜਾਣਬੁੱਝ ਕੇ ਉਸ ਰਿਪੋਰਟ ਦੇ ਵਿੱਚ ਜ਼ਿਕਰ ਨਹੀਂ ਕੀਤਾ। ਉਹ ਕਿਸਨੇ ਕਰਾਇਆ? ਗੈਂਗਸਟਰਸ ਨਾਲ ਮੀਟਿੰਗ, ਗੈਂਗਸਟਰਾਂ ਨੇ ਪਬਲਿਕ ਮੀਟਿੰਗ ਕਰਵਾਈ ਸੀ। ਓਕੇ, ਗੈਂਗਸਟਰ ਜੇਲ੍ਹ ਦੇ ਵਿੱਚ ਹੈ। ਡੀਜੀਪੀ ਸਾਹਿਬ ਦੱਸ ਦੇਣ ਜਾਂ ਏਡੀਜੀਪੀ ਜੇਲ੍ਹ ਕਿ ਕਿਸ ਦੇ ਕਹਿਣ ਤੇ ਉਹਨਾਂ ਨੇ ਤੁਸੀਂ ਲਿਖਿਆ ਲਿਖ ਦਿੱਤਾ ਜੀ। ਤੁਸੀਂ ਵਿਕਰਮ ਮਜੀਠੀਆ ਦਾ ਨਾਮ ਸਪਸ਼ਟ ਲਿਖਿਆ कि ये मर्डर जग्गू भगवानपुरिया ने आप करवाया। आप करवाया सत्ते के थ्रू और सत्ते ਨੂੰ ਵੀ ਮਰਵਾਇਆ। तो बैकग्राउंड ਦੇ ਵਿੱਚ ਜਾਓਗੇ कई पुलिस अफसर भी फंस जाएंगे और कई पॉलिटिशियन भी ਇਹਦੇ ਵਿੱਚ फंस जाएंगे। ਇੱਕ ਫਾਈਨਾਂਸ ਮਿਨਿਸਟਰ ਸਾਡੇ ਹੁੰਦੇ ਸੀਗੇ ਕੈਪਟਨ ਕਵਲਜੀਤ ਸਿੰਘ ਜੀ, ਕੀ ਉਹਨਾਂ ਦਾ ਐਕਸੀਡੈਂਟ ਹੋਇਆ ਸੀ? ਉਹਦਾ ਵੀ ਜ਼ਿਕਰ ਹੈ ਜੀ ਰਿਪੋਰਟ ਦੇ ਵਿੱਚ। ਮੈਂ ਕਿਹਾ ਕਿ ਇਸ ਦੀ ਬੱਕਰੀ ਕੈਪਟਨ ਕਵਲਜੀਤ ਸਿੰਘ ਜੀ ਦਾ ਐਕਸੀਡੈਂਟ ਨਹੀਂ ਹੋਇਆ ਸੀ ਖਰੜ ਦੇ ਕੋਲ, ਕੋਲਡ ਬਲੱਡਡ ਮਰਡਰ ਸੀਗਾ ਜੀ। ਉਹ ਟਰੱਕ ਆਇਆ ਕਿੱਥੋਂ ਸੀ ਉਹ ਵੀ ਇਸ ਦਾ ਹਿੱਸਾ ਹੈ। ਜਦੋਂ ਪੋਲੀਟੀਸ਼ੀਅਨ ਦੀ ਗੱਲ ਚਲੀ ਹੀ ਗਈ ਨਾ ਜੀ ਤਾਂ ਹਰ ਚੀਜ਼ ਬਾਹਰ ਆਣੀ ਚਾਹੀਦੀ। ਸਾਰੀ ਸੱਚਾਈ ਹੈ ਨਾ, ਇਸ ਸੱਚਾਈ ਤੋਂ ਪਰਦਾ ਉੱਠਣਾ ਹੈ और ਸੱਚਾਈ ਬਾਹਰ ਆਉਣੀ। ਜੋ ਗਲੀ ਲੈਵਲ ਦਾ ਸਟ੍ਰਿਕਟ ਲੈਵਲ ਦਾ ਜੋ ਕ੍ਰਿਮੀਨਲ ਹੁੰਦਾ ਹੈ ਉਹਨੂੰ ਜਦੋਂ ਪੋਲੀਟੀਕਲ ਸਾਹ ਮਿਲ ਜਾਂਦੀ ਹੈ ਤਾਂ ਉਹ ਗੈਂਗਸਟਰ ਬਣ ਜਾਂਦਾ ਹੈ। ਜਦੋਂ ਵਿਕਰਮ ਮਜੀਠੀਆ ਦੇ ਉੱਤੇ ਡਰੱਗਸ ਦਾ ਕੇਸ ਦਰਜ ਹੋਇਆ ਸੀ ਉਸ ਦੇ ਵਿੱਚ ਇਸ ਰਿਪੋਰਟ ਨੂੰ ਜ਼ਰੂਰ ਸ਼ਾਮਿਲ ਕੀਤਾ ਗਿਆ ਸੀ। ਪੰਜਾਬ ਦਸਤਾਵੇਜ਼ ਦੇ ਸਰੋਤਿਆਂ ਲਈ ਏਜੰਡੇ ਦੇ ਵਿੱਚ ਇੱਕ ਵਿਸ਼ੇਸ਼ ਰਿਪੋਰਟ ਬਹੁਤ ਹੀ ਖਾਸ, ਕਿਤੇ ਹੋਰ ਤੁਹਾਨੂੰ ਸੁਣਨ ਨੂੰ ਦੇਖਣ ਨੂੰ ਨਹੀਂ ਮਿਲੇਗੀ। ਮੈਂ ਰਜਿੰਦਰ ਸਿੰਘ ਤੱਗੜ, ਮੇਰੇ ਵੱਲੋਂ ਸਤਿ ਸ਼੍ਰੀ ਅਕਾਲ, ਨਮਸਕਾਰ। ਇਹ ਰਿਪੋਰਟ ਕਿਹਦੀ ਆ ਉਹਦੇ ਨਾਲ ਗੱਲਬਾਤ ਕਰਦੇ ਹਾਂ। ਫਾਰਮਰ ਆਈਜੀ, ਪ੍ਰੈਜ਼ੈਂਟ ਐਮਐਲਏ ਆਮ ਆਦਮੀ ਪਾਰਟੀ ਦੇ ਕੁੰਵਰ ਵਿਜੇ ਪ੍ਰਤਾਪ, ਵੈਲਕਮ ਟੂ ਦੀ ਸ਼ੋ ਸਰ। ਥੈਂਕ ਯੂ ਜੀ, ਥੈਂਕ ਯੂ ਵੈਰੀ ਮਚ। ਕੁੰਵਰ ਵਿਜੇ ਪ੍ਰਤਾਪ ਉਹਨਾਂ ਨੇ ਗੈਂਗਸਟਰਸ ਤੇ ਬਹੁਤ ਕੰਮ ਕੀਤਾ। ਉਹ ਕੁਛ ਰਹੇ ਕੰਟਰੋਲ ਆਰਗੇਨਾਈਜ਼ਡ ਕ੍ਰਾਈਮ ਕੰਟਰੋਲ ਯੂਨਿਟ, ਉਦੋਂ ਬਾਅਦ AGTF ਦੇ ਵਿੱਚ ਉਹਦਾ ਹੁਣ ਹੋ ਗਿਆ ਚੇਂਜ, ਉਹ ਕਰਤਾ ਗਿਆ। ਇਹਨਾਂ ਨੇ ਬਹੁਤ ਗੈਂਗਸਟਰਸ ਬਾਰੇ ਕੰਮ ਕੀਤਾ, ਸੰਗਰੂਰ ਜੇਲ੍ਹ, ਪਟਿਆਲਾ ਜੇਲ੍ਹ ਤੇ ਹੋਰ ਕਈ ਕੁਛ। ਪਰ ਇਹਨਾਂ ਦੀ ਸਭ ਤੋਂ ਇੰਪੋਰਟੈਂਟ ਰਿਪੋਰਟ 18/2/2020 ਦੀ, ਜਿਹੜੀ ਕਿ ਹਜੇ ਪਬਲਿਕ ਡੋਮੇਨ ਦੇ ਵਿੱਚ ਚੰਗੀ ਤਰ੍ਹਾਂ ਨਹੀਂ ਆਈ, ਸ਼ਾਇਦ ਕਿਸੇ ਇੱਕ ਦਿਨ ਨੂੰ ਪਤਾ ਹੋਵੇ ਡਿਪਾਰਟਮੈਂਟ ਦੇ ਬੰਦੇ ਨੂੰ। ਉਹ ਰਿਪੋਰਟ ਕੀ ਆ? ਉਹ ਰਿਪੋਰਟ ਦੇ ਵਿੱਚ ਵਿਕਰਮ ਮਜੀਠੀਆ, ਅਕਾਲੀ ਦਲ ਦੇ ਸੀਨੀਅਰ ਆਗੂ, ਸਾਬਕਾ ਅਕਾਲੀ ਆਗੂ ਇੰਦਰਬੀਰ ਬਦਾਰੀਆ, ਉਹਨਾਂ ਦਾ ਜ਼ਿਕਰ ਆਉਂਦਾ। ਕਿਹਦੇ ਨਾਲ ਜੋੜੇ ਗਏ ਨੇ? ਜੱਗੂ ਭਗਵਾਨਪੁਰੀਏ ਨਾਲ, ਸੋਨੂ ਕਾਂਗਲੇ ਨਾਲ, ਜਿਹੜੇ ਕਿ ਗੈਂਗਸਟਰ ਨੇ, ਕੁਖਿਆਤ ਗੈਂਗਸਟਰ ਨੇ। ਉਹਨਾਂ ਬਾਰੇ ਸਾਰਾ ਕੁਝ ਇਹਨਾਂ ਨੇ ਵਿਸਤਾਰ 'ਚ ਲਿਖਿਆ ਆਪਣੀ ਰਿਪੋਰਟ ਦੇ ਵਿੱਚ, ਜਿਹੜੀ ਕਿ ਉਸ ਵਕਤ ਦੇ DGP ਦਿਨਕਰ ਗੁਪਤਾ ਨੂੰ ਦਿੱਤੀ ਗਈ, ਕਾਰਵਾਈ ਨਹੀਂ ਹੋਈ। ਹੋਮ ਡਿਪਾਰਟਮੈਂਟ ਨੂੰ ਦਿੱਤੀ ਗਈ, ਕਾਰਵਾਈ ਨਹੀਂ ਹੋਈ। ਅੱਜ ਉਸ ਮੁੱਦੇ 'ਤੇ ਗੱਲ ਕਰਾਂਗੇ। ਹਾਂਜੀ ਆਈਜੀ ਸਾਹਿਬ, MLA ਸਾਹਿਬ, ਤੁਸੀਂ ਰਿਪੋਰਟ ਦਿੱਤੀ ਜੀ, ਕਿੱਥੇ ਕਿੱਥੇ ਦਿੱਤੀ? ਦੇਖੋ ਮੇਰੇ ਕੋਲ ਤਾਂ ਆਇਆ ਸੀ ਜੀ ਇਨਵੈਸਟੀਗੇਸ਼ਨ ਗੈਂਗਸਟਰਸ ਪੋਲੀਟੀਸ਼ੀਅਨਸ ਨੈਕਸਸ ਦੇ ਬਾਰੇ ਜੀ, ਔਰ ਕੁਛ ਉਹਦੇ ਵਿੱਚ ਖਾਸ ਪੁਆਇੰਟ ਦਾ ਵੀ ਜ਼ਿਕਰ ਸੀ। ਤੇ ਜਦੋਂ ਅਸੀਂ ਇਨਵੈਸਟੀਗੇਸ਼ਨ ਸ਼ੁਰੂ ਕੀਤੀ ਤਾਂ ਦੇਖੋ ਇਹ ਤਾਂ ਜ਼ਾਹਿਰ ਹੈ ਕਿ ਜੋ ਗਲੀ ਲੈਵਲ ਦਾ ਸਟ੍ਰਿਕਟ ਲੈਵਲ ਦਾ ਜੋ ਕ੍ਰਿਮੀਨਲ ਹੁੰਦਾ ਹੈ ਨਾ ਉਹਨੂੰ ਜਦੋਂ ਪੋਲੀਟੀਕਲ ਸਾਹ ਮਿਲ ਜਾਂਦੀ ਹੈ ਤਾਂ ਉਹ ਗੈਂਗਸਟਰ ਬਣ ਜਾਂਦਾ ਹੈ। ਦੂਸਰਾ, ਕੋਈ ਵੀ ਵਿਅਕਤੀ ਗੈਂਗਸਟਰ ਆਪਣੇ ਆਪ ਨਹੀਂ ਬਣਦਾ ਹੈ ਜੀ, ਹਾਲਾਤ ਗੈਂਗਸਟਰ ਬਣਾਉਂਦੇ ਨੇ। ਉਹਦੇ ਵਿੱਚ ਇੱਕ ਰੋਲ ਪੋਲੀਟੀਸ਼ੀਅਨ ਦਾ ਹੁੰਦਾ ਹੈ,
ਦੂਸਰਾ ਹੁੰਦਾ ਹੈ ਕਿ ਕਿਸੇ ਕਾਰਨ ਬਸ ਚਲੋ ਉਸ ਦੇ ਪਰਿਵਾਰ ਦੇ ਨਾਲ ਜਾਂ ਉਸ ਦੇ ਕਿਸੇ ਮਤਲਬ ਖਾਸ ਵਿਅਕਤੀ ਜਾਂ ਉਸ ਦੇ ਨਾਲ ਨਾ ਇਨਸਾਫੀ ਹੁੰਦੀ ਹੈ ਤਾਂ ਫਿਰ ਉਸ ਦੇ ਅੰਦਰ ਇੱਕ ਭਾਵਨਾ ਹੁੰਦੀ ਹੈ, ਫਿਰ ਉਹ ਇਸ ਰਾਹ ਤੇ ਤੁਰ ਪੈਂਦਾ ਹੈ ਜੀ। ਇਹ ਸਾਡੀ ਸਟੱਡੀ ਹੈ, ਮੈਂ 5 ਸਾਲ ਮਤਲਬ ਆਰਗੇਨਾਈਜ਼ਡ ਕ੍ਰਾਈਮ ਕੰਟਰੋਲ ਯੂਨਿਟ ਜਾਂ STF ਕਹ ਲਓ, ਉਹਦੇ ਵਿੱਚ ਹੀ ਮੈਂ ਕੰਮ ਕੀਤਾ ਹਾਂ। ਔਰ ਵੱਡੇ ਵੱਡੇ ਜਿੰਨੇ ਵੀ ਗੈਂਗਸਟਰਸ ਨੇ ਤਕਰੀਬਨ ਸਾਰਿਆਂ ਦੇ ਖਿਲਾਫ ਕਾਰਵਾਈ ਅਸੀਂ ਕੀਤੀ ਹੈ। ਔਰ ਸਾਡਾ ਇਹੀ ਰਿਹਾ ਕਿ ਜਦੋਂ ਅਸੀਂ ਓਕੂ ਦੇ ਇੰਚਾਰਜ ਹੁੰਦੇ ਸੀ, ਡੋਮੀਨੈਂਸ ਪੁਲਿਸ ਦਾ ਰਹਿੰਦਾ ਸੀ, ਠੀਕ ਹੈ। ਡੋਮੀਨੈਂਸ ਹਮੇਸ਼ਾ ਪੁਲਿਸ ਦਾ ਹੁੰਦਾ ਸੀ ਕ੍ਰਿਮੀਨਲਸ ਦੇ ਉੱਤੇ, ਗੈਂਗਸਟਰਸ ਦੇ ਉੱਤੇ। ਜਿਸ ਇਨਕੁਆਇਰੀ ਦੀ ਗੱਲ ਤੁਸੀਂ ਕਰ ਰਹੇ ਹੋ, ਤੁਹਾਡੇ ਕੋਲ ਕਾਪੀ ਹੈ, ਮੈਨੂੰ ਵੀ ਹੈਰਾਨੀ ਹੈ ਕਿ ਤੁਹਾਡੇ ਕੋਲ ਪਹੁੰਚ ਗਈ ਹੈ, ਲੇਕਿਨ ਇਹ ਰਿਪੋਰਟ ਅਸੀਂ ਉਦੋਂ ਹੀ ਦੇ ਦਿੱਤੀ ਸੀ ਜਦੋਂ ਮੈਂ IG ਹੁੰਦਾ ਸੀ। ਔਰ 2020 ਦੇ ਫਰਵਰੀ ਮਹੀਨੇ ਦੇ ਵਿੱਚ, ਲੋਕਡਾਊਨ ਤੋਂ ਜਸਟ ਪਹਿਲਾਂ ਦੀ ਗੱਲ ਹੈ। ਦਿਨਕਰ ਗੁਪਤਾ DGP ਸੀ। ਹਾਂ, ਉਦੋਂ ADGP ਨੂੰ ਮੈਂ ADGP ਇੰਟਰਨਲ ਸਿਕਿਉਰਿਟੀ RN ਢੋਕੇ ਅਤੇ DGP ਪੰਜਾਬ ਦਿਨਕਰ ਗੁਪਤਾ ਸਾਹਿਬ ਹੁੰਦੇ ਸੀਗੇ। ਉਸ ਟਾਈਮ ਮੈਂ ਰਿਪੋਰਟ ਦਿੱਤੀ ਸੀ। ਇਹ ਫੈਕਟ ਫਾਈਂਡਿੰਗ ਇੱਕ ਰਿਪੋਰਟ ਸੀਗੀ। ਉਸ ਤੋਂ ਬਾਅਦ FIR ਦਰਜ ਕਰਕੇ ਵਿਸਤਾਰਪੂਰਵਕ ਤਫਤੀਸ਼ ਕਰਨੀ ਬੰਦੀ ਸੀ ਇਹਦੇ ਵਿੱਚ, ਲੇਕਿਨ ਸਮਹਾਉ ਰਿਪੋਰਟ ਨੂੰ ਤੁਸੀਂ ਜਿਸ ਤਰ੍ਹਾਂ ਕਹਿ ਰਹੇ ਹੋ ਦਬਾਇਆ ਗਿਆ। ਲੇਕਿਨ ਮੈਨੂੰ ਇਹ ਪਤਾ ਲੱਗਿਆ ਕਿ ਜਦੋਂ ਵਿਕਰਮ ਮਜੀਠੀਆ ਦੇ ਉੱਤੇ ਡਰੱਗਸ ਦਾ ਕੇਸ ਦਰਜ ਹੋਇਆ ਸੀ, ਉਸ ਦੇ ਵਿੱਚ ਇਸ ਰਿਪੋਰਟ ਨੂੰ ਜ਼ਰੂਰ ਸ਼ਾਮਿਲ ਕੀਤਾ ਗਿਆ ਸੀ। ਕਿਹਨੇ ਕੀਤਾ ਸ਼ਾਮਿਲ ਹੋ ਜੀ? ਇਹ ਮੈਨੂੰ ਪਤਾ ਨਹੀਂ ਹੈ, ਮੈਂ ਤਾਂ ਨੌਕਰੀ ਛੱਡ ਦਿੱਤੀ ਸੀ। ਲੇਕਿਨ ਉਦੋਂ ਉਸ ਰਿਪੋਰਟ ਨੂੰ ਉਸ ਫਾਈਲ ਦਾ ਹਿੱਸਾ ਬਣਾਇਆ ਗਿਆ ਸੀ, ਇਹ ਮੈਨੂੰ ਪਤਾ ਚੱਲ ਗਿਆ ਸੀ। ਮੀਡੀਆ ਦੇ ਰਾਹੀਂ ਵੀ ਜਾਂ ਪੁਲਿਸ ਦੇ ਵਿੱਚ ਸਾਡੇ ਜੋ ਮਤਲਬ ਅਫਸਰ ਨੇ, ਉਹਨਾਂ ਨੇ ਵੀ ਕਈਆਂ ਨੇ ਮੈਨੂੰ ਦੱਸਿਆ ਕਿ ਉਹ ਤੁਹਾਡੀ ਜਿਹੜੀ ਰਿਪੋਰਟ ਉਦੋਂ ਦੱਬੀ ਹੋਈ ਸੀ, ਇਹ ਰਿਪੋਰਟ ਹੁਣ ਮਤਲਬ ਉਸ ਮਿਸਲ ਦੇ ਨਾਲ ਲਫ ਹੋ ਗਈ ਸੀ। ਔਰ ਬਾਅਦ ਦੇ ਵਿੱਚ ਵੀ ਕਈ ਪ੍ਰੈਸ ਕਾਨਫਰੰਸ ਹੋਏ ਸੀਗੇ, ਇੱਕ ਵਕੀਲ ਸਾਹਿਬ ਨੇ ਵੀ ਪ੍ਰੈਸ ਕਾਨਫਰੰਸ ਕੀਤੀ ਸੀ, ਉਹਦੇ ਵਿੱਚ ਵੀ ਉਸ ਰਿਪੋਰਟ ਨੂੰ ਉਹਨਾਂ ਨੇ ਪੜ੍ਹ ਕੇ ਸੁਣਾਇਆ ਸੀ। ਤਾਂ ਚਲੋ, ਗੱਲ ਤਾਂ ਇਹ ਹੈ ਕਿ ਜੋ ਰਿਪੋਰਟ ਹੈ ਉਹਦੇ ਵਿੱਚ 100% ਸੱਚਾਈ ਹੈ। ਔਰ ਤੁਸੀਂ ਦੇਖੋਗੇ ਕਿ ਖਾਸ ਕਰਕੇ ਜੋ ਉਹਦੇ ਵਿੱਚ ਤੱਥ ਲਿਖੇ ਗਏ ਨੇ, ਕਈ FIRਾਂ ਦਾ ਜ਼ਿਕਰ ਹੈ। ਔਰ ਉਹਦੇ ਵਿੱਚ IG ਬਾਰਡਰ ਕੋਲੋਂ, SSP ਹੁਸ਼ਿਆਰਪੁਰ ਜਾਂ ਕਈ ਹੋਰ ਅਫਸਰਾਂ ਕੋਲੋਂ ਮਤਲਬ ਰਿਪੋਰਟ ਲੈ ਕੇ ਉਹਨੂੰ ਐਨਾਲਾਈਜ਼ ਕਰਕੇ ਫਿਰ ਮਤਲਬ ਆਪਣੀ ਟੀਮ ਦੇ ਨਾਲ ਤਫਤੀਸ਼ ਕਰਾ ਕੇ, ਉਹ ਇੱਕ ਐਨਾਲਿਟੀਕਲ ਵਧੀਆ ਮਤਲਬ ਇਨਵੈਸਟੀਗੇਸ਼ਨ ਸੀਗਾ, ਇਨਵੈਸਟੀਗੇਟਿੰਗ ਰਿਪੋਰਟ ਕਹਿ ਸਕਦੇ ਹੋ। ਲੇਕਿਨ ਫਰਦਰ ਇਨਵੈਸਟੀਗੇਸ਼ਨ ਉਹਦੇ ਉੱਤੇ ਬੰਦਾ ਸੀ, ਤੁਰੰਤ FIR ਦਰਜ ਕਰਕੇ, ਕਿਉਂਕਿ ਇਨਕੁਆਇਰੀ ਦਾ ਸਕੋਪ ਲਿਮਿਟਿਡ ਹੁੰਦਾ ਹੈ। ਇਨਵੈਸਟੀਗੇਸ਼ਨ ਦਾ ਸਕੋਪ ਜਿਹੜਾ ਹੁੰਦਾ ਹੈ ਉਹ ਸਕੋਪ ਕਾਫੀ ਮਤਲਬ ਵਾਈਡ ਹੋ ਜਾਂਦਾ ਹੈ, ਤਾਂ ਉਹਦੇ ਉੱਤੇ ਕਾਰਵਾਈ ਬੰਦੀ ਸੀ। ਲੇਕਿਨ ਚਲੋ, ਜਦੋਂ ਇਹ ਸਾਰਾ ਸਿਸਟਮ ਪੋਲੀਟੀਕਲ ਹੈ, ਤੁਸੀਂ ਦੇਖੋਗੇ ਕਿ ਮਾਫੀਆ ਪੋਲੀਟੀਕਲ ਨੈਕਸਸ ਦੇ ਬਾਰੇ ਤੁਸੀਂ ਸੁਣੇ ਹੋਵੋਗੇ। ਵੋਹਰਾ ਕਮੇਟੀ ਦੀ ਰਿਪੋਰਟ ਤੁਸੀਂ ਸੁਣੇ ਹੋਵੋਗੇ, ਜਦੋਂ ਰਾਜੀਵ ਗਾਂਧੀ ਸਾਹਿਬ ਹੁੰਦੇ ਸਨ ਪ੍ਰਧਾਨ ਮੰਤਰੀ, ਉਹਨਾਂ ਨੇ ਵੀ ਵੋਹਰਾ ਕਮੇਟੀ ਬਣਾਈ ਸੀ। ਔਰ ਪੋਲੀਟੀਸ਼ੀਅਨ, ਕ੍ਰਿਮੀਨਲ, ਬਿਊਰੋਕਰੈਟਸ ਨੈਕਸਸ ਦੇ ਬਾਰੇ ਉਹ ਸੀਗੀ, ਉਹ ਤਾਂ ਸਾਰਿਆਂ ਨੂੰ ਪਤਾ ਹੈ। ਤਾਂ ਹਮੇਸ਼ਾ ਦੇਖੋ ਗੈਂਗਸਟਰ ਕਲਚਰ ਆਉਂਦਾ ਹੈ, ਉਹਦੇ ਵਿੱਚ ਪੋਲੀਟੀਕਲ ਸਿਆਸੀ ਮਤਲਬ ਸਹ ਹੁੰਦਾ ਹੈ। ਤਾਂ ਉਸ ਰਿਪੋਰਟ ਦਾ ਇੱਕ ਲਾਈਨ ਤੁਸੀਂ ਪੜ੍ਹ ਕੇ ਦੇਖੋ, ਆਪਣੇ ਆਪ ਦੇ ਵਿੱਚ ਸੱਚਾਈ ਹੈ ਜੀ। ਤੁਹਾਨੂੰ ਇਹ ਰਿਪੋਰਟ ਰੈਫਰ ਕੀਤੀ ਗਈ 26/11/19 ਨੂੰ, ਕਿਹਾ ਗਿਆ ਤੁਹਾਨੂੰ 26/11/19 ਨੂੰ ਕਿ ਇਹ ਤੁਸੀਂ ਇਨਕੁਆਇਰੀ ਕਰੋ ਜੀ। ਇਹ ਕਿਹਨੇ ਕਿਹਾ? ਇਹ ਤਾਂ ਮਤਲਬ ਇਹ ਸਰਕਾਰ ਵੱਲੋਂ ਆਇਆ ਸੀ, ਲੇਕਿਨ ਮੇਰੇ ਕੋਲ ਥਰੂ DGP ਪੰਜਾਬ ਆਇਆ ਸੀ। ਮੇਰੇ ਕੋਲ ਤਾਂ DGP ਪੰਜਾਬ ਵੱਲੋਂ ਹੀ ਆਇਆ ਸੀ, ਕਿਉਂਕਿ ਮੇਰੇ ਬੌਸ DGP ਪੰਜਾਬ ਹੀ ਹੁੰਦੇ ਸੀਗੇ। ਅੱਛਾ ਮਿਸਟਰ ਕੁਮਾਰ ਵਿਜੇ ਪ੍ਰਤਾਪ, ਤੁਸੀਂ ਜੋ ਕੁਝ ਕਹਿ ਰਹੇ ਹੋ, ਡੂ ਯੂ ਥਿੰਕ ਤੁਹਾਨੂੰ ਵਿਕਰਮ ਮਜੀਠੀਆ ਜਾਂ ਬੁਲਾਰੀਆ ਅਦਾਲਤ ਵਿੱਚ ਲੈ ਜਾਂਦੇ, ਕਹਿੰਦੇ ਆ ਜੀ ਤੁਸੀਂ ਸਾਡਾ ਨਾਂ ਲਿਖਤਾ ਰਿਪੋਰਟ 'ਚ ਤੇ ਅਸੀਂ ਤੁਹਾਡੇ ਤੇ ਕਰਦੇ ਹਾਂ ਮਾਨਹਾਨੀ ਦਾ ਦਾਵਾ, ਵਿਲ ਯੂ ਫੇਸ ਇਟ? नहीं, देखो वो जो इन्वेस्टिगेशन है ना जी, उसनों कोई चैलेंज कर ही नहीं सकता है। जेकर थोड़ा सा कोई ਉਹਦੇ ਵਿੱਚ ਕੋਸ਼ਿਸ਼ ਕਰੇਗਾ ਨਾ ਜੀ, ਤਾਂ ਉਹਦਾ ਹੋਰ ਜ਼ਿਆਦਾ ਪਿਟਾਰਾ ਖੁੱਲ ਜਾਣਾ ਹੈ। ਤਾਂ ਜੇਕਰ ਮਟੀਰੀਅਲ ਹੈ ਨਾ ਜੀ, ਤਾਂ ਅਸੀਂ ਇੱਕ ਲਾਈਨ ਵੀ ਜਦੋਂ ਅਸੀਂ ਲਿਖਦੇ ਹਾਂ ਤਾਂ ਪੂਰਾ ਮਟੀਰੀਅਲ ਲੈ ਕੇ ਲਿਖਦੇ ਹਾਂ ਜੀ, ਠੀਕ ਹੈ ਕਿ ਨਹੀਂ? ਉਹਦੇ ਵਿੱਚ ਕਈ ਚੀਜ਼ਾਂ ਦਾ ਅਸੀਂ ਜ਼ਿਕਰ ਨਹੀਂ ਕੀਤਾ। ਮਾਨਯੋਗ ਅਰੁਣ ਜੇਟਲੀ ਜੀ ਇਲੈਕਸ਼ਨ ਲੜੇ ਸੀਗੇ, ਹੁਣ ਇਸ ਦੁਨੀਆ ਦੇ ਵਿੱਚ ਨਹੀਂ ਹਨ। ਮੈਂ ਜਾਣਬੁੱਝ ਕੇ ਉਸ ਰਿਪੋਰਟ ਦੇ ਵਿੱਚ ਜ਼ਿਕਰ ਨਹੀਂ ਕੀਤਾ ਜੀ। ਉਹਨਾਂ ਦੀ ਮੀਟਿੰਗ ਕਰਾਈ ਗਈ, ਗੈਂਗਸਟਰਾਂ ਵੱਲੋਂ ਮੀਟਿੰਗ ਕਰਾਈ ਗਈ ਸੀ। ਉਹ ਕਿਸਨੇ ਕਰਾਇਆ ਸੀ? ਉਹ ਕਿਸਨੇ ਕਰਾਇਆ ਸੀ? ਗੈਂਗਸਟਰਸ ਨਾਲ ਮੀਟਿੰਗ? ਗੈਂਗਸਟਰਾਂ ਨੇ ਪਬਲਿਕ ਮੀਟਿੰਗ ਕਰਵਾਈ ਸੀ। ਗੈਂਗਸਟਰ ਜੇਲ੍ਹ ਦੇ ਵਿੱਚ ਹੈ,
ਜੇਲ੍ਹ ਤੋਂ ਉਹਨੂੰ ਅਨਆਫੀਸ਼ੀਅਲੀ ਕੱਢਿਆ ਜਾ ਰਿਹਾ ਹੈ। ਕੌਣ ਸੀ ਮੈਂ ਦੇਖੋ ਸਾਰਾ ਰਿਪੋਰਟ ਦੇ ਵਿੱਚ ਹੈ। ਨਹੀਂ, ਜੇਤਲੀ ਦਾ ਜ਼ਿਕਰ ਹੈ ਨਹੀਂ, ਉਹਦਾ ਨਹੀਂ, ਇਸ ਚੀਜ਼ ਦਾ ਜ਼ਿਕਰ ਨਹੀਂ ਹੈ, ਲੇਕਿਨ ਉਸ ਗੈਂਗਸਟਰ ਦਾ ਜ਼ਿਕਰ ਹੈ। ਗੈਂਗਸਟਰ ਬੈਕ ਦੇ ਵਿੱਚ ਰਹਿ ਰਿਹਾ ਹੈ। ਸੁਣੋ ਮੇਰੀ ਗੱਲ, ਗੈਂਗਸਟਰ ਬੈਕ ਦੇ ਵਿੱਚ ਰਹਿ ਰਿਹਾ ਹੈ, ਆਪਣੇ ਸਾਥੀਆਂ ਪਰਿਵਾਰਿਕ ਮੈਂਬਰਾਂ ਨੂੰ ਆਗੇ ਕਰਕੇ ਵੱਡੀ ਮੀਟਿੰਗ ਕਰਾ ਰਿਹਾ ਹੈ ਜੀ। ਇਹ ਇੱਕ ਚੀਜ਼ ਜੇਕਰ ਜਾਓਗੇ ਨਾ ਅਦਾਲਤ ਦੇ ਵਿੱਚ ਤੇ ਇਹ ਤੱਕ ਜਾਏਗਾ ਜੀ, ਇਹ ਸਾਰਾ ਪਰਦਾ ਖੁੱਲੇਗਾ ਤੇ ਲੋਕੀ ਮੂੰਹ ਦਿਖਾਉਣ ਦੇ ਕਾਬਿਲ ਨਹੀਂ ਰਹਿਣਗੇ। ਇਸ ਕਰਕੇ ਮਾਨ ਜਿਹਦਾ ਹੋਊਗਾ ਉਹਦੀ ਹੀ ਹਾਨੀ ਹੋਗੀ। 23 ਤਰੀਕ ਸੀ ਦਸੰਬਰ ਦੀ, ਜਦੋਂ ਜੱਗੂ ਭਗਵਾਨਪੁਰੀ ਨੂੰ ਰੋਪੜ ਜੇਲ੍ਹ ਤੋਂ ਅੰਮ੍ਰਿਤਸਰ ਬਦਲਿਆ ਗਿਆ ਐਨ ਇਲੈਕਸ਼ਨ ਤੋਂ ਪਹਿਲਾਂ। ਇਹ ਤਾਂ ਡੀਜੀਪੀ ਸਾਹਿਬ ਦੱਸ ਦੇਣ ਜਾਂ ਏਡੀਜੀਪੀ ਜੇਲ੍ਹ ਕਿ ਕਿਸ ਦੇ ਕਹਿਣ ਤੇ ਉਹਨਾਂ ਨੇ ਤੁਸੀਂ ਲਿਖਿਆ ਲਿਖ ਦਿੱਤਾ ਜੀ। ਤੁਸੀਂ ਵਿਕਰਮ ਮਜੀਠੀਆ ਦਾ ਨਾਮ ਸਪਸ਼ਟ ਲਿਖਿਆ ਕਿ ਵਿਕਰਮ ਮਜੀਠੀਆ ਨੇ ਉਹਦੀ ਟ੍ਰਾਂਸਫਰ ਕਰਾਈ ਅੰਮ੍ਰਿਤਸਰ ਜੇਲ੍ਹ 'ਚ। ਜੋ ਤੱਥ ਮੇਰੇ ਸਾਹਮਣੇ ਆ ਗਿਆ ਮੈਂ ਲਿਖ ਦਿੱਤਾ ਜੀ, ਲੇਕਿਨ ਇਹ ਡੀਜੀਪੀ ਸਾਹਿਬ ਦੱਸ ਦੇਣ ਜਾਂ ਏਡੀਜੀਪੀ ਜੇਲ੍ਹ ਦੱਸ ਦੇਣ ਕਿ ਕਿਹਨਾਂ ਹਾਲਾਤਾਂ ਵਿੱਚ ਤੁਸੀਂ ਜੇਲ੍ਹ ਟ੍ਰਾਂਸਫਰ ਕੀਤਾ। ਹਰ ਕੰਮ ਜੋ ਤੁਸੀਂ ਕਰ ਰਹੇ ਹੋ ਉਸ ਦੇ ਪਿੱਛੇ ਕੋਈ ਨਾ ਕੋਈ ਤਜਵੀਜ਼ ਹੋਣੀ ਚਾਹੀਦੀ ਹੈ, ਕਾਰਨ ਹੋਣਾ ਚਾਹੀਦਾ ਹੈ। ਤਾਂ ਕੋਈ ਦੱਸ ਸਕੇ ਤਾਂ ਦੇਖੋ। ਔਰ ਮੋਬਾਈਲ ਫੋਨ ਪੰਜਾਬ ਪੁਲਿਸ ਦੇ ਇੰਟੈਲੀਜੈਂਸ ਡਿਪਾਰਟਮੈਂਟ ਦੇ ਇੱਕ ਵਿਅਕਤੀ ਵੱਲੋਂ ਰਸਤੇ ਦੇ ਵਿੱਚ ਦਿੱਤਾ ਗਿਆ ਹੈ ਜੀ, ਸਮਾਰਟਫੋਨ। ਤਾਂ ਇਸ ਕਰਕੇ ਮੈਂ ਕਹਿ ਰਿਹਾ ਨਾ ਕਿ ਜਦੋਂ ਤੁਸੀਂ ਜਾਓਗੇ ਨਾ ਇਹਦੇ ਵਿੱਚ, ਜਦੋਂ ਪਰਦਾ ਉੱਠੇਗਾ ਨਾ ਤਾਂ ਹੋਰ ਬਹੁਤ ਸਾਰੀਆਂ ਚੀਜ਼ਾਂ ਖੁੱਲਣੀਆਂ ਨੇ ਜੀ। ਜੋ ਮੋਬਾਈਲ ਫੋਨ ਦਾ FIR ਸੀਗਾ ਨਾ ਜੀ, ਉਹ FIR ਹੋਇਆ। ਸੁਣੋ ਮੇਰੀ ਗੱਲ, ਬੰਦਾ ਰੋਪੜ ਜੇਲ੍ਹ ਤੋਂ ਟ੍ਰਾਂਸਫਰ ਹੋ ਕੇ ਅੰਮ੍ਰਿਤਸਰ ਜਾ ਰਿਹਾ ਹੈ। ਸਾਨੂੰ ਪਤਾ ਲੱਗ ਗਿਆ ਕਿ ਬੰਦਾ ਜਾ ਰਿਹਾ ਹੈ, ਰਸਤੇ ਦੇ ਵਿੱਚ ਕਿਸੇ ਵਿਅਕਤੀ ਨੇ ਉਹਨੂੰ ਮੋਬਾਈਲ ਫੜਾ ਦਿੱਤੀ। ਉੱਥੇ ਜਦੋਂ ਜੇਲ੍ਹ 'ਚ ਸਰਚ ਹੋਇਆ, ਜੇਲ੍ਹ 'ਚ ਫੜਿਆ ਗਿਆ ਨਾ, ਤਾਂ ਕੋਈ ਨਾ ਕੋਈ ਹੈ ਨਾ ਜੀ। ਦੋ ਮੋਬਾਈਲ ਫੋਨ ਫੜੇ ਗਏ ਜੀ। ਇੱਕ ਸਿਮ 2017 ਚ ਅੰਮ੍ਰਿਤਸਰ ਜੇਲ੍ਹ 'ਚ, ਇੱਕ ਮੋਬਾਈਲ 2019 ਚ, ਪਟਿਆਲਾ ਜੇਲ੍ਹ 'ਚ ਇੱਕ ਮੋਬਾਈਲ, ਪਟਿਆਲਾ ਜੇਲ੍ਹ ਫੇਰ ਇੱਕ ਮੋਬਾਈਲ ਤੇ ਇੱਕ ਸਿਮ। ਪਹਿਲਾ ਮੋਬਾਈਲ ਪਟਿਆਲਾ ਜੇਲ੍ਹ 'ਚ 2016 ਚ, ਦੂਜਾ ਮੋਬਾਈਲ 2019 ਚ। ਤੇ ਇਲੈਕਸ਼ਨ ਕਦੋਂ ਹੁੰਦੀ ਆ? 2019 ਚ, 17 ਦੇ ਵਿੱਚ ਲੋਕ ਸਭਾ ਦੀ। ਨਹੀਂ, ਲੋਕ ਸਭਾ 19 ਦੇ ਵਿੱਚ, ਲੋਕ ਸਭਾ 17 ਲੋਕ ਸਭਾ 19 ਦੇ ਵਿੱਚ, ਤੇ 19 ਚ ਹੀ ਇਹਨੂੰ ਟ੍ਰਾਂਸਫਰ ਕੀਤਾ ਗਿਆ ਰੋਪੜ ਟੂ ਅੰਮ੍ਰਿਤਸਰ। ਤਾਂ ਦੇਖੋ ਮੇਰੇ ਕੋਲ ਸਬੂਤ ਹੈ, ਔਰ ਡੀਜੀਪੀ ਜਾਂ ਜੇਲ੍ਹ ਵਾਲੇ ਮੂੰਹ ਵਿਖਾਉਣ ਦੇ ਕਾਬਿਲ ਨਹੀਂ ਰਹਿਣਗੇ ਜਦੋਂ ਉਹ ਸਬੂਤ ਮੈਂ ਸਾਹਮਣੇ ਕਰਾਂਗਾ ਕਿ ਸਿਰਫ ਇਲੈਕਸ਼ਨ ਦੇ ਵਿੱਚ ਕਿਸੇ ਖਾਸ ਪਾਰਟੀ ਨੂੰ ਜਾਂ ਖਾਸ ਕੈਂਡੀਡੇਟ ਨੂੰ ਮਦਦ ਪਹੁੰਚਾਉਣ ਵਾਸਤੇ ਉਹਨੂੰ ਅੰਮ੍ਰਿਤਸਰ ਜੇਲ੍ਹ ਭੇਜਿਆ ਗਿਆ ਸੀ। FIR ਨੰਬਰ 8 2019 SSOC ਅੰਮ੍ਰਿਤਸਰ ਅਗੇਂਸਟ ਜੱਗੂ। ਚਲੋ ਤੁਸੀਂ ਗਰਾਊਂਡ ਵਰਕ ਕੀਤਾ ਹੋਇਆ ਹੈ, ਤੁਹਾਨੂੰ ਰਿਪੋਰਟ ਦੀ ਕਾਪੀ, ਚਲੋ ਮੈਂ ਇਹ ਨਹੀਂ ਪੁੱਛਾਂਗਾ ਕਿ ਤੁਹਾਨੂੰ ਕਿੱਥੋਂ ਮਿਲੀ ਹੈ। ਤੁਸੀਂ ਨਹੀਂ ਦਿੱਤੀ ਮੈਨੂੰ। नहीं देखो, वो तो एक वकील साहब ने उस फाइल तो भी मतलब पढ़ के बेंच साहब वकील साहब ने सारा कुछ बोल दिता सी बहुत पहला ही। तो इस करके हुण तो मतलब चलो जनतक प्रिव्यू ਦੇ ਵਿੱਚ ਹੈ, ਲੇਕਿਨ ਤੁਹਾਡਾ ਗਰਾਊਂਡ ਵਰਕ ਵਧੀਆ ਹੈ। ਲੇਕਿਨ ਮੈਂ ਇਸ ਮੁੱਦੇ ਦੇ ਉੱਤੇ ਬਹੁਤੇ ਜ਼ਿਆਦਾ ਗੱਲ ਨਹੀਂ ਕਰਨਾ ਚਾਹੁੰਦਾ ਹਾਂ। ਕਿਉਂ? ਕਿਉਂਕਿ ਮੈਨੂੰ ਅੱਜ ਵੀ ਆਸ ਹੈ ਕਿ ਇਸ ਰਿਪੋਰਟ ਦੇ ਉੱਤੇ FIR ਦਰਜ ਹੁੰਦੀ। FIR ਦਰਜ ਕਰਨ ਤੋਂ ਬਾਅਦ ਇਹਨੂੰ ਵਿਸਤਾਰਪੂਰਵਕ ਜੋ ਸਬੂਤ ਮੇਰੇ ਕੋਲ ਸੀਗਾ, ਮੇਰੇ ਦਫ਼ਤਰ ਦੇ ਵਿੱਚ ਹੋਊਗਾ ਹੀ ਹੋਊਗਾ। ਬਿਲਕੁਲ। ਜੋ ਓਕੂ ਦਾ ਦਫ਼ਤਰ ਹੈ ਹੁਣ AGTF ਦਾ ਦਫ਼ਤਰ ਬਣ ਗਿਆ ਹੈ, ਤਾਂ ਉਹ ਸਾਰਾ ਸਬੂਤ ਲਗਾ ਕੇ ਫਰਦਰ ਇਨਵੈਸਟੀਗੇਸ਼ਨ ਕਰਕੇ ਜੇਕਰ ਇਹਨੂੰ ਤੁਸੀਂ ਆਗੇ ਲੈ ਕੇ ਆਓ ਤਾਂ ਦੇਖੋ ਇੱਕ ਵੀ ਕ੍ਰਾਈਮ ਨਹੀਂ ਹੋਗਾ ਜੀ। ਸਿੱਧੂ ਮੂਸੇਵਾਲਾ ਦਾ ਮਰਡਰ ਨਹੀਂ ਹੁੰਦਾ ਜੇਕਰ ਇਸ ਰਿਪੋਰਟ ਦੇ ਉੱਤੇ ਕਾਰਵਾਈ ਹੋ ਜਾਂਦੀ ਜੀ। ਮੇਰੀ ਗਰੰਟੀ ਹੈ ਜੀ, ਮੇਰੀ ਗਰੰਟੀ ਹੈ। ਤੁਸੀਂ ਬਹੁਤ ਇੰਟਰਸਟਿੰਗ ਪੁਆਇੰਟਸ ਰੇਜ਼ ਕੀਤੇ ਹੈ। ਜੇ ਤੁਸੀਂ ਆਗਿਆ ਦਿਓ ਮੈਂ ਕੁਝ ਜ਼ਿਕਰ ਕਰ ਦਿਆਂ। ਨਹੀਂ ਦੇਖੋ, ਬਹੁਤ ਸਾਰੀਆਂ ਚੀਜ਼ਾਂ ਨੇ ਜੋ ਰਿਪੋਰਟ ਦੇ ਵਿੱਚ ਹੈ, ਉਹ ਮੈਂ ਮੀਡੀਆ ਦੇ ਵਿੱਚ ਮੈਂ ਆਪਣੇ ਵੱਲੋਂ ਨਹੀਂ ਕਹਾਂਗਾ। ਤੁਹਾਡੇ ਕੋਲ ਰਿਪੋਰਟ ਚਲੋ ਮੰਨ ਲਓ ਪਹੁੰਚ ਗਈ ਹੈ, ਤੁਸੀਂ ਕੁਝ ਨਾ ਕਹੋ, ਵਕੀਲ ਸਾਹਿਬ ਦੇ ਕੋਲ ਸੀਗੀ, ਤੁਸੀਂ ਕੁਝ ਨਾ ਕਹੋ। ਮੈਂ ਬਹੁਤੇ ਟਿੱਪਣੀ ਨਹੀਂ ਕਰਾਂਗਾ, ਕਾਰਨ ਕਿਉਂਕਿ ਮੈਨੂੰ ਅੱਜ ਵੀ ਉਮੀਦ ਹੈ। ਇੱਕ ਸਾਡੇ ਰਿਟਾਇਰਡ DSP ਨੇ ਵੀ ਮੈਨੂੰ ਚੈਲੰਜ ਕੀਤਾ 1-2 ਦਿਨ ਪਹਿਲਾਂ ਇੱਕ ਵੀਡੀਓ ਜਾਰੀ ਕਰਕੇ ਕਿ ਕੁੰਵਰ ਵਿਜੇ ਪ੍ਰਤਾਪ ਜਨਤਕ ਕਰਨ। ਦੇਖੋ ਮੈਂ ਸਭ ਤੋਂ ਪਹਿਲਾਂ ਇਹ ਕਹਿਣਾ ਚਾਹੁੰਦਾ ਹਾਂ ਕਿ ਮੈਂ 23 ਸਾਲ IPS ਦੀ ਨੌਕਰੀ ਕੀਤੀ ਹੈ, ਪੰਜਾਬ ਕੈਡਰ IPS, ਔਰ ਬਹੁਤ ਹੀ ਮਤਲਬ ਪਰਮਾਤਮਾ ਦੀ ਮਰਜ਼ੀ ਦੇ ਨਾਲ ਮੈਂ ਕੰਮ ਕੀਤਾ ਜੀ, ਔਰ ਲੋਕ ਹਿੱਤ ਦੇ ਵਿੱਚ ਕੰਮ ਕੀਤਾ, ਔਰ ਇੱਕ ਪ੍ਰੋਫੈਸ਼ਨਲ ਪੁਲਿਸ ਅਫਸਰ ਵਜੋਂ ਕੰਮ ਕੀਤਾ। ਮੈਂ ਕੋਈ ਵੀ ਐਸਾ ਕੰਮ ਨਹੀਂ ਕਰਾਂਗਾ ਜਿਸ ਦੇ ਵਿੱਚ ਪ੍ਰੋਫੈਸ਼ਨਲਿਜ਼ਮ ਨੂੰ ਕੋਈ ਬੱਟਾ ਲੱਗਦਾ ਹੋਵੇ ਜੀ, ਠੀਕ ਹੈ ਕਿ ਨਹੀਂ। ਤਾਂ ਮੈਂ ਅੱਜ ਵੀ ਮੇਰਾ ਪ੍ਰੋਫੈਸ਼ਨਲਿਜ਼ਮ, ਬੇਸ਼ੱਕ ਮੈਂ ਨੌਕਰੀ ਛੱਡ ਦਿੱਤੀ ਹੈ, ਲੇਕਿਨ ਪੰਜਾਬ ਪੁਲਿਸ ਦੇ ਪ੍ਰਤੀ ਮੇਰੇ ਮਨ ਦੇ ਵਿੱਚ ਅਥਾਹ ਸ਼ਰਧਾ ਹੈ। ਉਹ ਸ਼ਰਧਾ ਨੂੰ ਮੈਂ ਬਰਕਰਾਰ ਰੱਖਾਂਗਾ, ਤਾਂ ਆਪਣੇ ਪ੍ਰੋਫੈਸ਼ਨਲਿਜ਼ਮ ਨੂੰ ਮੇਨਟੇਨ ਕਰਾਂਗਾ। ਤੁਸੀਂ ਜੋ ਕੁਝ ਵੀ ਪੁੱਛਣਾ ਹੈ ਤੁਸੀਂ ਪੁੱਛ ਸਕਦੇ ਹੋ, ਲੇਕਿਨ ਜਵਾਬ ਮੈਂ ਆਪਣੀ ਮਰਜ਼ੀ ਦੇ ਨਾਲ ਦੇਵਾਂਗਾ। ਸਰ ਮੈਂ ਪੁੱਛਾਂਗਾ ਹੀ ਨਹੀਂ ਤੁਹਾਨੂੰ। ਮੈਂ
ਐਮਬੈਰਸ ਨਹੀਂ ਕਰਾਂਗਾ, ਇਨਕਨਵੀਨੀਅੰਟ ਸਵਾਲ ਨਹੀਂ ਮੈਨੂੰ ਪੁੱਛਾਂਗਾ। ਅੱਜ ਵੀ ਚੁੱਕੀ ਆਸ ਦੀ ਕਿਰਨ ਹੈ ਕਿ ਉਸ ਰਿਪੋਰਟ ਦੇ ਉੱਤੇ ਕਾਰਵਾਈ ਹੋਊਗੀ, ਇਸ ਕਰਕੇ ਮੈਂ ਆਪਣੇ ਵੱਲੋਂ ਉਹਦੀ ਸੈਂਕਟਿਟੀ ਨਹੀਂ ਬਿਲਕੁਲ ਠੀਕ ਹੈ ਜੀ, ਅਸੀਂ ਇਹਨਾਂ ਦੀ ਰਿਸਪੈਕਟ ਕਰਦੇ ਹੋਏ, ਬੜੇ ਆਲਾ ਅਫਸਰ ਰਹੇ ਨੇ, ਬੜੇ ਰਿਸਪੈਕਟੇਬਲ ਨੇ, ਪਰ ਜੋ ਕੁਝ ਇਹਨਾਂ ਨੇ ਲਿਖਿਆ, ਦੋ ਚਾਰ ਚੀਜ਼ਾਂ ਮੈਂ ਸਰੋਤਿਆਂ ਨੂੰ ਦੱਸ ਦਿਆਂ ਉਹ ਕੀ ਨੇ। ਇਹਨਾਂ ਨੇ ਸਪਸ਼ਟ ਲਿਖਿਆ, ਬਿਕਰਮ ਮਜੀਠੀਆ ਪਾਵਰਫੁਲ ਕਦੋਂ ਹੋਇਆ? ਜਦੋਂ ਸੁਖਬੀਰ ਬਾਦਲ ਡਿਪਟੀ ਸੀਐਮ ਬਣੇ ਤੇ ਹੋਮ ਡਿਪਾਰਟਮੈਂਟ ਦੇ ਵਿੱਚ ਉਹਨਾਂ ਨੂੰ ਪੋਰਟਫੋਲੀਓ ਦਿੱਤਾ ਗਿਆ। ਇਹਨਾਂ ਨੇ ਲਿਖਿਆ ਕਿ ਕਬੱਡੀ ਪਲੇਅਰ ਹਰਜਿੰਦਰ ਸਿੰਘ ਬਿੱਟੂ, ਉਹਦਾ ਤਲਵੰਡੀ ਸਾਬੋ ਦਾ ਸੀ, ਉਹ ਤੇ 12 ਕੇਸ ਸੀ। ਐਸੋਸੀਏਟਡ ਵਿਦ ਗੁਰਪ੍ਰੀਤ ਸੇਖੋਂ, ਕੌਣ ਸੀ? ਐਸਏਡੀ ਨਾਲ ਲਿੰਕ ਸੀ, ਉਹਦਾ ਗੈਂਗਸਟਰ ਸੀਗਾ, ਗੈਂਗਸਟਰ ਸੀ। ਐਸਏਡੀ ਦੇ ਵਿੱਚ ਉਹਨੇ ਕੰਮ ਕੀਤਾ, ਸ਼ਾਇਦ ਕੋਈ ਆਫਿਸ ਬੇਅਰਰ ਵੀ ਰਿਹਾ, ਤੇ ਬਾਅਦ ਫਿਰ ਉਹਨੇ ਪਾਰਟੀ ਵੀ ਬਦਲੀ, ਕਈ ਪਾਰਟੀਆਂ ਬਦਲੀਆਂ, ਉਹ ਅਲੱਗ ਚੀਜ਼ ਆ। ਪਰ ਪਾਰਟੀਆਂ ਦੇ ਬਾਰੇ ਮੈਂ ਨਹੀਂ ਲਿਖੀ ਹੈ। ਹਾਂ, ਨਹੀਂ ਲਿਖੀ, ਤੁਸੀਂ ਨਹੀਂ ਮੈਂ ਲਿਖਿਆ। ਤਾਂ ਉਹਦਾ ਗੈਂਗਸਟਰਸ ਬੈਕਗ੍ਰਾਉਂਡ ਦਿੱਤਾ ਹੈ, ਗੈਂਗਸਟਰਸ ਬੈਕਗ੍ਰਾਉਂਡ, ਐਸਏਡੀ ਲਿੰਕ ਵੀ ਦਿੱਤਾ। ਇਹਦੇ ਨਾਲ ਇੱਕ ਹੋਰ ਚੀਜ਼, ਸੁਖਜਿੰਦਰ ਰੰਧਾਵੇ ਬਾਰੇ ਵੀ ਗੱਲ ਕੀਤੀ ਗਈ, ਜਦੋਂ ਕਿ ਉਹ ਮੰਤਰੀ ਸੀ, ਕੋਈ ਸਬੂਤ ਨਹੀਂ ਮਿਲਿਆ। ਉਹਨਾਂ ਨੇ ਕਿਹਾ ਕਿ ਸੁਖਜਿੰਦਰ ਰੰਧਾਵੇ ਦਾ ਗੈਂਗਸਟਰਸ ਨਾਲ ਜਿਹੜਾ ਕਿ ਰੌਲਾ ਪੈਂਦਾ ਰਹਿੰਦਾ, ਵਿਰੋਧੀ ਪਾਉਂਦੇ ਰਹਿੰਦੇ ਆ, ਕੋਈ ਜ਼ਿਕਰ ਨਹੀਂ। ਸੋਨੂ ਕਾਂਗਲਾ ਲਿੰਕ ਟੂ ਬਿਕਰਮ ਐਂਡ ਕਲੋਜ਼ ਟੂ ਇੰਦਰਵੀਰ ਬੁਲਾਰੀਆ। ਇੰਦਰਵੀਰ ਬੁਲਾਰੀਆ ਅੱਜ ਕੱਲ੍ਹ ਇੰਡੀਅਨ ਨੈਸ਼ਨਲ ਕਾਂਗਰਸ 'ਚ ਨੇ। ਸਰੋਤਿਆਂ ਨੂੰ ਦੱਸਦੇ ਹਾਂ, ਇੰਦਰਵੀਰ ਬੁਲਾਰੀਆ ਨਾਲ ਮੈਂ ਸੰਪਰਕ ਕੀਤਾ, ਪੁੱਛਿਆ ਉਹਨਾਂ ਨੂੰ ਕਿ ਤੁਹਾਡਾ ਜ਼ਿਕਰ ਆਉਂਦਾ, ਗੈਂਗਸਟਰ ਨਾਲ ਲਿੰਕ ਹੈ, ਕੁਝ ਕਹਿਣਾ ਚਾਹੁੰਦੇ ਹੋ? ਉਹਨੇ ਕਿਹਾ ਜੀ ਮੇਰਾ ਕੋਈ ਲਿੰਕ ਨਹੀਂ, ਮੈਂ ਡਿਨਾਈ ਕਰਦਾ, ਤੇ ਜੇ ਇਸ ਕਿਸਮ ਦੀ ਕੋਈ ਮੇਰੇ ਬਾਰੇ ਰਿਪੋਰਟ ਹੈਗੀ ਆ, ਮੈਂ ਉਹਨੂੰ ਚੈਲੰਜ ਕਰਾਂਗਾ, ਮਾਨਹਾਨੀ ਦਾ ਦਾਅਵਾ ਕਰਾਂਗਾ। ਬਿਕਰਮ ਮਜੀਠੀਆ ਨੂੰ ਮੈਂ ਰਿਪੋਰਟ ਭੇਜੀ, ਬਿਕਰਮ ਜੀ ਨੂੰ ਪੁੱਛਿਆ, ਸਰਦਾਰ ਸਾਹਿਬ ਤੁਸੀਂ ਕੁਝ ਕਹਿਣਾ ਚਾਹੁੰਦੇ ਹੋ? ਕੋਈ ਜਵਾਬ ਨਹੀਂ ਆਇਆ। ਇਹੀ ਰਿਪੋਰਟ, ਇਹਦਾ ਸਟੇਟਸ ਜਾਣਨ ਲਈ ਮੈਂ NIA ਚੀਫ ਦਿਨਕਰ ਗੁਪਤਾ ਜੀ ਨੂੰ ਭੇਜੀ, ਸਵਾਲ ਲਿਖਿਆ, ਪਲੀਜ਼ ਲੈਟ ਮੀ ਨੋ ਇਸ ਰਿਪੋਰਟ ਦਾ ਸਟੇਟਸ ਕੀ ਹੈ। ਉਹਨਾਂ ਨੇ ਮੇਰਾ ਸਵਾਲ ਦੇਖ ਲਿਆ, WhatsApp ਮੈਸੇਜ ਤੇ ਡੰਡੀ ਨੀਲੀ ਹੋ ਗਈ, ਜਵਾਬ ਨਹੀਂ ਦਿੱਤਾ। ਇਹੀ ਸਵਾਲ ਮੈਂ ਹੋਮ ਡਿਪਾਰਟਮੈਂਟ ਨੂੰ ਪੁੱਛਿਆ, ਉਹ ਕਹਿੰਦੇ ਜੀ ਸਾਡੇ ਕੋਲ ਰਿਪੋਰਟ ਹੈ ਨਹੀਂ, ਸ਼ਾਇਦ ਇਹ DGP ਦੇ ਲੈਵਲ ਤੇ ਨਜਿੱਠਤੀ ਗਈ ਹੋਵੇ। ਪੰਜਾਬ ਪੁਲਿਸ ਨਾਲ ਸੰਪਰਕ ਕੀਤਾ ਗਿਆ, ਦੱਸਿਆ ਗਿਆ ਕਿ ਪੁਰਾਣੇ DGP ਸਮੇਂ ਦੀ ਇਹ ਰਿਪੋਰਟ ਹੈ ਤੇ ਇਹਦੇ ਬਾਰੇ ਬਹੁਤੀ ਜਾਣਕਾਰੀ ਸਾਨੂੰ ਇਸ ਵਕਤ ਨਹੀਂ ਹੈਗੀ। ਸੋ ਮਾਮਲਾ ਇਹ ਆ, ਜੋ ਕਹਿ ਰਹੇ ਆ ਕੁੰਵਰ ਵਿਜੇ ਪ੍ਰਤਾਪ, ਰਿਪੋਰਟ ਦਬਤੀ ਗਈ, ਕਿੰਨਾ ਕਾਰਨਾਂ ਕਰਕੇ ਦਬਤੀ ਗਈ। ਉਹਨਾਂ ਨੂੰ ਉਮੀਦ ਹੈ ਜੇ ਇਹ ਤੇ ਪਰਚਾ ਦਰਜ ਹੋ ਕੇ ਇਨਵੈਸਟੀਗੇਸ਼ਨ ਕੀਤੀ ਜਾਏ। ਇੱਕ ਲਾਈਨ ਐਡ ਕਰਾਂਗਾ ਇਹਦੇ, ਬਿਲਕੁਲ ਸਰ, ਬਿਲਕੁਲ। ਸੋ ਮੇਰਾ ਐਜ਼ ਅ ਜਰਨਲਿਸਟ ਇਸ ਮਸਲੇ ਨੂੰ ਖੜਾ ਕਰਨ ਦਾ ਇੰਨਾ ਹੀ ਮੰਤਵ ਹੈ ਕਿ ਸੱਚਾਈ ਬਾਹਰ ਆਉਣੀ ਚਾਹੀਦੀ ਆ। ਜੇ ਕਿਸੇ ਵਧੀਆ ਅਫਸਰ ਨੇ ਵਧੀਆ ਕੰਮ ਕੀਤਾ, ਉਹਦੀ ਰਿਕਗਨੀਸ਼ਨ ਹੋਣੀ ਚਾਹੀਦੀ ਹੈ, ਉਹ 'ਤੇ ਅੱਗੇ ਕਾਰਵਾਈ ਹੋਣੀ ਚਾਹੀਦੀ ਹੈ। ਹੁਣ ਇੱਕ ਵਾਰੀ ਫੇਰ ਆਪਾਂ ਚੱਲਦੇ ਹਾਂ ਮਿਸਟਰ ਕੁੰਵਰ ਵਿਜੇ ਪ੍ਰਤਾਪ ਕੋਲ ਫॉर ਹਿਜ਼ ਲਾਸਟ ਕਮੈਂਟਸ। ਜੀ ਦੇਖੋ, ਇਹਦੇ ਵਿੱਚ ਇਸ ਇਨਕੁਆਇਰੀ ਦੇ ਵਿੱਚ ਇੱਕ ਜੱਗੂ ਭਗਵਾਨਪੁਰੀਆ ਦਾ ਜ਼ਿਕਰ ਸੀ। ਜੱਗੂ ਭਗਵਾਨੀਆ, ਹਾਂਜੀ ਹਾਂਜੀ, ਬਾਰਡਰ ਰੇਂਜ ਦਾ ਹੈ, ਹੁਣ ਤਾਂ ਪੰਜਾਬ ਲੈਵਲ ਕੀ ਪੂਰੇ ਨਾਰਥ ਇੰਡੀਆ ਦੇ ਵਿੱਚ ਉਹਦੀ ਤੂਤੀ ਬੋਲਦੀ ਹੈ। ਉਸ ਦੀ ਵਾਈਫ ਦਾ ਮਰਡਰ ਹੋਇਆ ਸੀ ਜੀ, ਹਾਂਜੀ, FIR ਦਰਜ ਹੋ ਗਿਆ। ਹਰਮਨਪ੍ਰਭ ਸ਼ਰਨਜੀਤ ਕੌਰ, ਚਲੋ ਤੁਸੀਂ ਨਾਮ ਲੈ ਲਿਆ, ਮੈਂ ਨਾਮ ਨਹੀਂ ਲੈਂਦਾ। ਮਰਡਰ ਹੋਇਆ ਸੀ। ਉਸ ਰਿਪੋਰਟ ਦੇ ਵਿੱਚ ਵਿਸਤਾਰਪੂਰਵਕ ਚਰਚਾ ਹੈ। ਉਦੋਂ ਤੱਕ ਜਦੋਂ ਤੱਕ ਅਸੀਂ ਇਨਵੈਸਟੀਗੇਸ਼ਨ ਨਹੀਂ ਕੀਤੀ ਸੀ, ਉਸ ਕੇਸ ਦੇ ਬਾਰੇ ਕੋਈ ਲੀਡ ਨਹੀਂ ਸੀ। ਜਦੋਂ ਅਸੀਂ ਡੂੰਘਾਈ ਦੇ ਵਿੱਚ ਗਏ, ਕਿਉਂਕਿ ਉਸ ਦੀ ਡੈਡ ਬੋਡੀ ਨੂੰ ਵੀ ਰਾਤੋਂ ਰਾਤ ਜਲਾ ਦਿੱਤਾ ਗਿਆ ਜੀ, ਠੀਕ ਹੈ ਜੀ। ਔਰ ਜੱਗੂ ਭਗਵਾਨਪੁਰੀਆ ਬੋਲਦਾ ਸੀ ਮੇਰੀ ਵਾਈਫ ਦਾ ਮਰਡਰ ਹੋ ਗਿਆ, ਇਹ ਹੋ ਗਿਆ। ਉਸ ਦੀ ਮਦਰ ਬੋਲਦੀ ਸੀਗੀ। ਜਦੋਂ ਅਸੀਂ ਇਨਵੈਸਟੀਗੇਸ਼ਨ ਕੀਤੀ, ਪੁਲਿਸ ਨੂੰ ਜਦੋਂ ਪੁੱਛਿਆ ਤਾਂ ਉਹਦੀ ਹੱਡੀ ਦਾ ਸੈਂਪਲ ਜੀ, ਬੋਨ ਦਾ ਸੈਂਪਲ ਮੈਡੀਕਲ ਕਾਲਜ ਭੇਜਿਆ ਹੋਇਆ ਹੈ ਜੀ, ਇਸਟੈਬਲਿਸ਼ ਕਰਨ ਵਾਸਤੇ ਜੀ, ਠੀਕ ਹੈ ਜੀ। ਤਾਂ ਪੁਲਿਸ ਜੋ ਹੈ ਉਸ ਰਿਪੋਰਟ ਦੇ ਵਿੱਚ ਕਲੀਅਰ ਕੱਟ ਹੈ ਕਿ ਭਾਵੇਂ ਸਰਕਾਰ ਬਦਲ ਗਈ ਸੀ, ਲੇਕਿਨ ਪੁਲਿਸ ਉਸ ਬੰਦੇ ਦੇ ਪੂਰਾ ਗ੍ਰਿਪ ਦੇ ਵਿੱਚ ਚੱਲਦੀ ਸੀ, ਖਾਸ ਕਰਕੇ ਉਸ ਹਲਕੇ ਦੀ ਆਸ-ਪਾਸ ਦੀ ਜਿਹੜੀ ਬਾਰਡਰ। ਕਿਉਂਕਿ ਦੇਖੋ ਹੁੰਦਾ ਕੀ ਹੈ ਕਿ ਮਾਝੇ ਦਾ ਜਰਨੈਲ ਦਾ ਇੱਕ ਚੱਲ ਗਿਆ ਹੈ ਕਿ ਮੈਂ ਜੀ ਮਾਝੇ ਦਾ ਜਰਨੈਲ, ਤਾਂ ਮੈਂ ਜੀ ਮਾਝੇ ਦਾ ਜਰਨੈਲ। ਮਾਝੇ ਦੇ ਲੋਕ ਜਰਨੈਲੀ ਨਹੀਂ ਬਰਦਾਸ਼ਤ ਕਰਦੇ ਜੀ, ਉੱਥੇ ਲੋਕ ਹੀ, ਆਮ ਲੋਕ ਹੀ ਜਰਨੈਲ ਹੁੰਦੇ ਨੇ। ਮੇਰੀ ਵੀ ਨੌਕਰੀ ਸਭ ਤੋਂ ਜ਼ਿਆਦਾ ਮਾਝੇ ਦੇ ਵਿੱਚ ਹੀ ਰਹੀ ਹੈ, ਅੰਮ੍ਰਿਤਸਰ, ਤਰਨਤਾਰਨ ਤੋਂ ਲੈ ਕੇ ਗੁਰਦਾਸਪੁਰ, ਪਠਾਨਕੋਟ ਤੱਕ। ਮੈਂ ਉਹਨਾਂ ਲੋਕਾਂ ਨੂੰ ਜਾਣਦਾ ਹਾਂ
ਉਹ ਕਿਸੇ ਦੀ ਜਰਨੈਲੀ ਨਹੀਂ ਬਰਦਾਸ਼ਤ ਕਰਦੇ ਜੀ। ਤਾਂ ਜੋ ਆਪਣੇ ਆਪ ਨੂੰ ਜਰਨੈਲ ਬੋਲਦਾ ਹੈ ਨਾ, ਉਹਨੂੰ ਸਬਕ ਵੀ ਸਿਖਾਉਂਦੇ ਨੇ ਔਰ ਸਬਕ ਸਿਖਾਇਆ ਵੀ ਉਹਨਾਂ ਨੇ ਜੀ। ਠੀਕ ਹੈ, ਹੁਣ ਚਲੋ ਉਸ ਮਰਡਰ, ਉਸ ਦੀ ਵਾਈਫ ਦਾ ਜਿਹੜਾ ਮਰਡਰ ਹੋਇਆ ਸੀ, ਉਹਦੇ ਵਿੱਚ ਅਸੀਂ ਕਨਕਲੂਡ ਇਹੀ ਕੀਤਾ ਨਾ ਕਿ ਇਹ ਮਰਡਰ ਜੱਗੂ ਭਗਵਾਨਪੁਰੀਆ ਨੇ ਆਪ ਕਰਵਾਇਆ ਜੀ। ਆਪ ਕਰਵਾਇਆ ਸੱਤੇ ਦੇ ਥਰੂ, ਆਦਮੀ ਸੱਤੇ ਨੂੰ ਵੀ ਮਰਵਾਇਆ। ਸੱਤੇ ਨੂੰ, ਪਹਿਲਾਂ ਸੱਤੇ ਨੂੰ ਮਰਵਾਇਆ ਗਿਆ, ਵਰਿੰਦਰ ਔਰ ਸ਼ੁਭਮ। ਤਾਂ ਠੀਕ ਹੈ, ਪਹਿਲਾਂ ਸੱਤੇ ਨੂੰ ਮਰਵਾਇਆ, ਯੈਸ, ਫਿਰ ਇਸ ਨੂੰ ਮਰਵਾਇਆ ਜੀ, ਬਿਲਕੁਲ। ਆਪਣੀ ਵਾਈਫ ਨੂੰ। ਯੈਸ, ਬਿਲਕੁਲ ਠੀਕ। ਤੇ ਇਹ ਕੋਈ ਵੀ ਵਿਅਕਤੀ ਇਸ ਤਰ੍ਹਾਂ ਦਾ ਹੋਵੇ, ਕੋਈ ਸਿਆਸੀ ਵਿਅਕਤੀ ਹੋਵੇ ਜਾਂ ਕੋਈ ਪੁਲਿਸ ਦਾ ਅਫਸਰ ਹੋਵੇ, ਇਸ ਨੂੰ ਝੁਟਲਾ ਸਕਦਾ ਹੈ ਜੀ। ਤੇ ਬੈਕਗ੍ਰਾਉਂਡ ਦੇ ਵਿੱਚ ਜਾਓਗੇ, ਕਈ ਪੁਲਿਸ ਅਫਸਰ ਵੀ ਫਸ ਜਾਣਗੇ ਔਰ ਕਈ ਪੋਲੀਟੀਸ਼ੀਅਨ ਵੀ ਇਹਦੇ ਵਿੱਚ ਫਸ ਜਾਣਗੇ ਜੀ, ਜਿਨ੍ਹਾਂ ਦਾ ਨਾਂ ਤੁਸੀਂ ਲੈ ਰਹੇ ਹੋ ਨਾ ਕਿ ਮਾਨਹਾਨੀ ਦਾ ਸਬੂਤ ਇੰਨਾ ਜ਼ਿਆਦਾ ਹੈ ਨਾ ਜੀ, ਪੁਲੰਦਾ ਹੈ ਸਾਡੇ ਦਫ਼ਤਰ ਦੇ ਵਿੱਚ। ਭਾਵੇਂ ਮੈਂ ਨੌਕਰੀ ਛੱਡ ਦਿੱਤੀ ਹੈ ਨਾ ਜੀ, ਲੇਕਿਨ ਉਹ ਜੋ ਮਤਲਬ ਪ੍ਰਮਾਤਮਾ ਨੇ ਕਾਬਲੀਅਤ ਦਿੱਤੀ, 23 ਸਾਲ ਅਸੀਂ ਇਨਵੈਸਟੀਗੇਸ਼ਨ ਕੀਤਾ ਜੀ, ਉਹ ਸਾਰਾ ਸਬੂਤ ਉੱਥੇ ਪਿਆ ਹੋਇਆ ਹੈ। ਉਸ ਮਰਡਰ ਦੇ ਵਿੱਚ ਵੀ ਕਈਆਂ ਦੀ ਗ੍ਰਿਫਤਾਰੀ ਹੋਗੀ, ਕਈ ਪੋਲੀਟੀਸ਼ੀਅਨਾਂ ਦੀ ਗ੍ਰਿਫਤਾਰੀ ਹੋ ਸਕਦੀ ਹੈ, ਕਈ ਪੁਲਿਸ ਅਫਸਰਾਂ ਦੀ ਵੀ ਗ੍ਰਿਫਤਾਰੀ ਹੋ ਸਕਦੀ ਹੈ। ਇਸ ਕਰਕੇ ਮੈਂ ਇਹੀ ਕਹਾਂਗਾ ਕਿ ਇਹ ਜਿਹੜਾ ਪਿਟਾਰਾ ਹੈ ਨਾ, ਇਹਨੂੰ ਖੁੱਲ੍ਹਣ ਦਿਓ। ਮੈਨੂੰ ਖੁਸ਼ੀ ਹੋਈ ਜਦੋਂ ਇੱਕ ਅਫਸਰ ਨੇ ਮੇਰੇ ਨਾਲ ਗੱਲ ਕੀਤੀ ਕਿ ਤੁਹਾਡੀ ਰਿਪੋਰਟ ਜੋ ਦਬਾਈ ਹੋਈ ਸੀਗੀ, ਹੁਣ ਉਸ ਫਾਈਲ ਦੇ ਵਿੱਚ ਜੋ ਚੰਨੀ ਸਾਹਿਬ ਦੀ ਸਰਕਾਰ ਨੇ ਦਰਜ ਕਰਵਾਈ ਸੀ ਨਸ਼ੇ ਦੇ ਸਭ ਤੋਂ ਵੱਡੇ ਸੌਦਾਗਰ ਦੇ ਖਿਲਾਫ, ਤੇ ਉਸ ਰਿਪੋਰਟ ਦੇ ਨਾਲ ਨੱਥੀ ਕਰ ਦਿੱਤੀ ਗਈ ਹੈ। ਤਾਂ ਮੈਨੂੰ ਖੁਸ਼ੀ ਹੋਈ ਕਿ ਚਲੋ ਇਹਨਾਂ ਨੇ ਵਰਤਿਆ ਤਾਂ ਸਹੀ, ਲੇਕਿਨ ਮੈਨੂੰ ਦੁੱਖ ਵੀ ਹੋਇਆ ਜਿਸ ਦਿਨ ਮਤਲਬ ਪੁਲਿਸ ਨੇ ਉਚਿਤ ਹੀ ਨਹੀਂ ਸਮਝਿਆ ਕਿ ਉਸ ਬੰਦੇ ਦੇ ਨਾਲ ਪੁੱਛਗਿੱਛ ਵੀ ਕੀਤੀ ਜਾਵੇ, ਰਿਮਾਂਡ ਵੀ ਲਿਆ ਜਾਵੇ, ਨਾ ਪੁਲਿਸ ਨੇ ਚਲਾਨ ਦਿੱਤਾ। ਤਾਂ ਦੇਖੋ, ਮੇਰਾ ਇਹ ਕਹਿਣਾ ਹੈ ਕਿ ਕੋਈ ਵੀ ਵਾਰਦਾਤ ਹੁੰਦੀ ਹੈ ਨਾ, ਤੁਸੀਂ ਸਿੱਧੂ ਮੂਸੇਵਾਲਾ ਦੇ ਮਰਡਰ ਨੂੰ ਤੁਸੀਂ ਹਲਕਾ ਨਹੀਂ ਲੈ ਸਕਦੇ ਹੋ ਜੀ। ਠੀਕ ਹੈ, ਔਰ ਉਹ ਹਮੇਸ਼ਾ ਮੁੱਦਾ ਰਹੇਗਾ ਪੰਜਾਬ ਦੇ ਵਿੱਚ, ਆਉਣ ਵਾਲੇ 20-25 ਸਾਲਾਂ ਤੱਕ ਉਹ ਮੁੱਦਾ ਰਹਿਣਾ ਹੈ। ਔਰ ਜੇਕਰ ਮੰਨ ਲਓ ਜੋ ਨੈਕਸਸ ਹੈ, ਉਸ ਨੈਕਸਸ ਨੂੰ ਇੱਕ ਵਾਰੀ ਬ੍ਰੇਕ ਕਰ ਦਿਓ, ਬ੍ਰੇਕ ਕਰਨ ਵਾਸਤੇ ਹੀ ਤਾਂ ਪੁਲਿਸ 80,000 ਦੀ ਫੋਰਸ ਹੈ ਜੀ। ਮੈਂ ਬਾਰ-ਬਾਰ ਬੋਲਦਾ ਹਾਂ, ਜੋ ਥੱਲੇ ਵਾਲੀ ਪੁਲਿਸ ਹੈ ਨਾ, ਸਿਪਾਹੀ, ਹੌਲਦਾਰ, ਥਾਣੇਦਾਰ, ਉਹ ਸਾਰੇ ਵਧੀਆ ਕੰਮ ਕਰਨਾ ਚਾਹੁੰਦੇ ਨੇ। ਸਿੰਘਮ ਐਕਚੁਅਲੀ ਉਹ ਨੇ ਜੀ, ਸਾਡੇ ਕੁਝ ਅਫਸਰ ਆਪਣੇ ਆਪ ਨੂੰ ਸਿੰਘਮ ਮਤਲਬ ਉਹ ਬਣਾ ਲੈਂਦੇ ਨੇ, ਸੈਲਫ ਸਟਾਈਲਡ ਸਿੰਘਮ, ਲੇਕਿਨ ਅਸਲ ਸਿੰਘਮ ਉਹ ਨੇ, ਉਹਨਾਂ ਦੇ ਵਿੱਚ ਜਜ਼ਬਾ ਹੁੰਦਾ ਹੈ ਕੰਮ ਕਰਨ ਦਾ। ਉਹ ਵੇਖਦੇ ਨੇ ਕਿ ਕੋਈ ਅਫਸਰ ਤਾਂ ਇਸ ਤਰ੍ਹਾਂ ਦਾ ਆਵੇ ਕਿ ਉਹ ਵੀ ਆਪਣਾ ਮਤਲਬ ਜਜ਼ਬਾ ਦਿਖਾਉਣ। ਲੇਕਿਨ ਸਾਡੀ ਜਿਹੜੀ ਟੌਪ ਪੁਲਿਸ ਹੈ ਨਾ, ਉਹ ਬਹੁਤ ਜ਼ਿਆਦਾ ਹੈਵੀ ਹੈ। ਟੌਪ ਡੀਜੀਪੀ ਰੈਂਕ ਦੇ ਵਿੱਚ ਤੁਹਾਨੂੰ 10, 12, 15 ਅਫਸਰ ਮਿਲ ਜਾਣਗੇ। ਲੋੜ ਤਾਂ ਇੱਕ ਡੀਜੀਪੀ ਪੰਜਾਬ ਦੀ ਹੈ ਨਾ, ਤਾਂ ਬੇੜਾ ਗਰਕ ਤਾਂ ਹੀ ਹੁੰਦਾ ਹੈ ਕਿ ਇੱਕ ਡੀਜੀਪੀ ਬਣ ਜਾਂਦਾ ਹੈ, ਬਾਕੀ ਸਾਰੇ ਉਹਦੇ ਮਗਰ ਲੱਗ ਜਾਂਦੇ ਨੇ ਕਿ ਇਹਨੂੰ ਕਾਮਯਾਬ ਨਾ ਹੋਣ ਦਿੱਤਾ ਜਾਵੇ ਜੀ। ਤਾਂ ਟੌਪ ਹੈਵੀ ਜਿਹੜੀ ਪੁਲਿਸ ਹੈ, ਇਹ ਸਿਰਫ ਪੰਜਾਬ ਪੁਲਿਸ ਦਾ ਹੀ ਨਹੀਂ ਹੈ, ਇਹ ਇੰਡੀਆ ਦੇ ਹਰ ਸਟੇਟ ਦੇ ਵਿੱਚ ਅੱਜ ਦੀ ਤਾਰੀਖ ਦੇ ਵਿੱਚ ਦੇਖੋਗੇ ਡੀਜੀਪੀ ਰੂਲਸ, ਡੀਜੀਪੀ ਹਿਊਮਨ ਰਾਈਟਸ ਕਮਿਸ਼ਨ, ਡੀਜੀਪੀ ਬਿਜਲੀ ਬੋਰਡ, ਇਸ ਤਰੀਕੇ ਡੀਜੀਪੀ ਹਾਊਸਿੰਗ ਬੋਰਡ, ਇਸ ਤਰੀਕੇ ਦੇ ਪੋਸਟ ਬਣਾਏ ਹੋਏ ਨੇ। ਤਾਂ ਹੁੰਦਾ ਕੀ ਹੈ ਕਿ ਟੌਪ ਜੋ ਹੈਵੀ ਪੁਲਿਸ ਹੈ ਨਾ, ਉੱਪਰ ਵਾਲੇ ਅਫਸਰ, ਇਹ ਰਾਜਨੀਤੀ ਦੇ ਸ਼ਿਕਾਰ ਹੁੰਦੇ ਨੇ ਜੀ। ਇੱਕ ਚੀਜ਼ ਰਹਿ ਗਈ, ਤੁਸੀਂ ਸੋਚਦੇ ਹੋਵੋਗੇ ਜੱਗੂ ਭਗਵਾਨਪੁਰੀਏ ਨੇ ਆਪਣੀ ਘਰਵਾਲੀ ਦਾ ਕਤਲ ਕਰਾਇਆ, 2 ਗੈਂਗਸਟਰਸ ਨੂੰ ਇਨਵੋਲਵ ਕੀਤਾ, ਵਰਿੰਦਰ ਤੇ ਸ਼ੁਭਮ। ਮਨ ਚਾਹੁੰਦਾ ਹੋਣਾ ਕਿ ਕਿਉਂ ਕਤਲ ਕਰਵਾਇਆ, ਉਸ ਤੋਂ ਪਹਿਲਾਂ ਸਤਨਾਮ ਸਿੰਘ ਸੱਤੇ ਦਾ ਕਤਲ ਕਿਉਂ ਕਰਾਇਆ। ਇਹ ਇੱਕ ਗੁੰਝਲ ਆ, ਇੱਕ ਉਹ ਕਹਾਣੀ ਆ ਜਿਹੜੀ ਤੁਹਾਨੂੰ ਮੈਂ ਇਸ ਵੀਡੀਓ 'ਚ ਨਹੀਂ ਦੱਸਣਾ ਚਾਹੁੰਦਾ। ਨਾ ਹੀ ਦੱਸੋ। ਬੈਂਸ ਸਾਹਿਬ ਨੇ ਵੈਸੇ ਦੇਖੋ, ਮਾਨਯੋਗ ਵਕੀਲ ਸਾਹਿਬ ਨੇ ਉਦੋਂ ਹੀ ਜਦੋਂ ਉਸ ਬੰਦੇ ਦੀ ਜ਼ਮਾਨਤ ਹੋਈ ਸੀ, ਉਹਨਾਂ ਨੇ ਕਹਿਣ ਦੀ ਕੋਸ਼ਿਸ਼ ਕੀਤੀ, ਲੇਕਿਨ ਦੇਖੋ ਕੁਝ ਚੀਜ਼ਾਂ ਨੂੰ ਤੁਸੀਂ ਮਤਲਬ ਰਾਜ ਨੂੰ ਰਾਜ ਰਹਿਣ ਦਿਓ, ਕਿਉਂਕਿ ਮੈਨੂੰ ਆਸ ਹੈ ਕਿ ਉਸ ਰਿਪੋਰਟ ਦੇ ਉੱਤੇ ਕਾਰਵਾਈ ਹੋਣੀ ਹੈ, FIR ਦਰਜ ਹੋਣਾ ਹੈ। ਠੀਕ ਹੈ, ਔਰ ਸਭ ਕੁਝ ਸਾਹਮਣੇ ਆਉਣਾ ਹੈ, ਔਰ ਅਸੀਂ ਵੀ ਸਹਿਯੋਗ ਕਰਾਂਗੇ, ਕਿਉਂਕਿ ਸਭ ਕੁਝ ਤਾਂ ਦਫ਼ਤਰ ਦੇ ਵਿੱਚ ਹੈ। ਇੱਕ ਛੋਟਾ ਸਾ ਉਸ ਰਿਪੋਰਟ ਦੇ ਵਿੱਚ ਮਤਲਬ ਥੋੜਾ ਸਾ ਹੀ ਮਤਲਬ ਆਇਆ ਹੈ ਨਾ ਹਿੱਸਾ। ਉਸ ਤੋਂ ਇਲਾਵਾ ਵੀ ਦੇਖੋ, ਤੁਸੀਂ ਦੇਖੋਗੇ ਕਿ ਡਿੰਪੀ ਮਰਡਰ ਹੋਇਆ ਸੀ। ਤੁਸੀਂ ਦੇਖੋਗੇ ਕਿ ਇੱਕ ਫਾਈਨੈਂਸ ਮਿਨਿਸਟਰ ਸਾਡੇ ਹੁੰਦੇ ਸੀਗੇ, ਕੈਪਟਨ ਕਵਲਜੀਤ ਸਿੰਘ ਜੀ, ਕੀ ਉਹਨਾਂ ਦਾ ਐਕਸੀਡੈਂਟ ਹੋਇਆ ਸੀ, ਉਹਦਾ ਵੀ ਜ਼ਿਕਰ ਹੈ ਜੀ ਰਿਪੋਰਟ ਦੇ ਵਿੱਚ। ਮੈਂ ਕਿਹਾ ਹਾਂ ਕਿ ਇਸ ਦੀ ਵੱਖਰੀ, ਔਰ ਹੁਣ ਮੈਂ ਆਮ ਆਦਮੀ ਪਾਰਟੀ ਦੀ ਸਰਕਾਰ, ਸਾਡੇ ਆਪਣੇ ਮੁੱਖ ਮੰਤਰੀ ਸਾਹਿਬ ਨੂੰ ਕਹ ਕੇ ਮੈਂ ਉਸ ਚੀਜ਼ ਦੀ ਵੀ ਇਨਕੁਆਇਰੀ ਕਰਵਾਵਾਂਗਾ ਕਿ ਕੈਪਟਨ ਕਵਲਜੀਤ ਸਿੰਘ ਜੀ ਦਾ ਐਕਸੀਡੈਂਟ ਨਹੀਂ ਹੋਇਆ ਸੀ ਖਰੜ ਦੇ ਕੋਲ, ਕੋਲਡ ਬਲੱਡਡ ਮਰਡਰ ਸੀਗਾ ਜੀ। ਉਹ ਟਰੱਕ ਆਇਆ ਕਿੱਥੋਂ ਸੀ, ਉਹ ਵੀ ਇਸ ਦਾ ਹਿੱਸਾ ਹੈ। ਜਦੋਂ ਪੋਲੀਟੀਸ਼ੀਅਨ ਦੀ ਗੱਲ ਚਲੀ ਹੀ ਗਈ ਨਾ ਜੀ, ਤਾਂ ਹਰ ਚੀਜ਼ ਬਾਹਰ ਆਣੀ ਚਾਹੀਦੀ ਹੈ। ਤਾਂ ਅਸੀਂ ਉਸ ਚੀਜ਼ ਦੀ ਵੀ, ਕਿਉਂਕਿ ਸੱਚਾਈ ਸਾਹਮਣੇ ਆਉਣੀ ਚਾਹੀਦੀ ਹੈ ਜੀ,
सच्चाई जेकर मैं रिजाइन नहीं करता तो शायद वो मतलब खोल देना सी, मैं लिख दिता सी, जिक्र कर दिता सी कि ਅਸੀਂ ਉਸ ਚੀਜ਼ ਦੀ ਵੀ ਇਨਕੁਆਇਰੀ ਕਰਾਂਗੇ। ਅੱਜ ਵੀ ਤੁਸੀਂ ਦੇਖੋ ਗਗਨੇਜਾ ਸਾਹਿਬ ਉਹ ਕਿਸੇ ਵੀ ਜਥੇਬੰਦੀ ਤੋਂ ਸੰਬੰਧ ਰੱਖਦੇ ਹੋਣ ਜੀ, ਉਹਨਾਂ ਦਾ ਮਰਡਰ ਜਲੰਧਰ ਦੇ ਵਿੱਚ ਹੋਇਆ, ਉਹ ਕਿਉਂ ਹੋਇਆ, ਕਿਸਨੇ ਕਰਵਾਇਆ, ਨਾ ਸੀਬੀਆਈ ਸੱਚਾਈ ਸਾਹਮਣੇ ਲਿਆ ਸਕੀ, ਨਾ ਪੰਜਾਬ ਪੁਲਿਸ ਜੀ। ਕੋਈ ਕੇਸ ਨੂੰ ਠੰਡੇ ਬਸਤੇ ਦੇ ਵਿੱਚ ਪਾਉਣਾ ਹੈ ਸੀਬੀਆਈ ਨੂੰ ਦੇ ਦਿਓ, ਇੱਧਰ ਦੇ ਐਨਆਈਏ ਨੂੰ ਦੇ ਦਿਓ, ਇੱਧਰ ਕਰ ਦਿਓ। ਤਾਂ ਦੇਖੋ ਸੱਚਾਈ ਤਾਂ ਇਹ ਹੈ ਕਿ ਇੱਕ ਮਰਡਰ, ਸਭ ਤੋਂ ਵੱਡੀ ਗੱਲ ਹੈ ਤੁਸੀਂ ਦੇਖੋ ਕਿ ਤਰਨ ਤਾਰਨ ਦੇ ਵਿੱਚ ਇੱਕ ਮਰਡਰ ਹੋਇਆ ਸੀ, ਇੱਕ ਕਾਮਰੇਡ ਸੀਗੇ ਉਹਨਾਂ ਦਾ ਮਰਡਰ ਹੋਇਆ ਸੀ, ਜਿਨ੍ਹਾਂ ਨੂੰ ਅਵਾਰਡ ਵੀ ਮਿਲਿਆ ਸੀ। ਅਵਾਰਡ ਵੀ ਮਿਲਿਆ ਸੀ, ਠੀਕ ਹੈ ਨਾ। ਤਾਂ ਮੈਂ ਤਾਂ ਦੇਖੋ ਸਵਾਲ ਵੀ ਕੀਤਾ ਹੋਇਆ ਹਾਂ, ਉਸ ਦੇ ਬਾਰੇ ਮੈਂ ਅੱਜ ਕੋਈ ਜ਼ਿਕਰ ਨਹੀਂ ਕਰਾਂਗਾ। ਜੋ ਗੈਂਗਸਟਰ ਯੂਪੀ ਤੋਂ ਬੁਲਾ ਕੇ ਪੰਜਾਬ ਦੀਆਂ ਜੇਲ੍ਹਾਂ ਦੇ ਵਿੱਚ, ਖਾਸ ਕਰ ਰੋਪੜ ਜੇਲ੍ਹ ਦੇ ਵਿੱਚ ਬਤੌਰ ਮਹਿਮਾਨ ਰੱਖਿਆ ਗਿਆ ਸੀ, ਉਹ ਵੀ ਖੋਲ ਦੇਣਾ ਹੈ, ਮੈਂ ਉਹ ਵੀ ਖੋਲਾਂਗਾ। ਹੁਣ ਮੇਰੇ ਉੱਤੇ ਕੋਈ ਪਾਬੰਦੀ ਨਹੀਂ ਹੈ, ਮੈਂ ਖੋਲ ਕੇ ਆਪਣੇ ਮੁੱਖ ਮੰਤਰੀ ਨੂੰ ਦੇ ਦੇਵਾਂਗਾ। ਥੋੜੀ ਸੀ ਜਾਣਕਾਰੀ ਅਸੈਂਬਲੀ ਕੁਐਸਚਨ ਦੇ ਰਾਹੀਂ ਮੈਂ ਮੰਗੀ ਹੈ ਜੀ, ਉਹ ਜਾਣਕਾਰੀ ਆ ਲੈਣ ਦਿਓ, ਮੈਂ ਸਾਰਾ ਤਾਂ ਮੇਰੇ ਕੋਲ ਹੈ, ਮੈਂ ਕਲੀਅਰ ਕਰਦਾ ਹਾਂ। ਲੇਕਿਨ ਜਦੋਂ ਜਾਣਕਾਰੀ ਉਹ ਆ ਜਾਏਗੀ ਨਾ, ਸਾਰਾ ਚੀਜ਼ ਮੈਂ ਆਪਣੇ ਮੁੱਖ ਮੰਤਰੀ ਸਾਹਿਬ ਦੇ ਕੋਲ ਰੱਖ ਦੇਵਾਂਗਾ ਕਿ ਉਸ ਵਿਅਕਤੀ ਨੂੰ, ਤੁਸੀਂ ਸਮਝ ਗਏ ਹੋਗੇ, ਸਮਝ ਗਏ ਜੀ, ਬਿਲਕੁਲ ਸਮਝ ਗਏ। ਕੀ ਨਾਂ ਹੈ ਉਹਦਾ ਦੱਸੋ? ਮੁਖਤਾਰ ਅੰਸਾਰੀ ਨੂੰ ਮੈਂ ਕਲੀਅਰ ਕੱਟ ਗੱਲ ਕੀਤੀ ਹੈ, ਉਹਦੇ ਵਿੱਚ 10 ਪੁਆਇੰਟ ਮੈਂ ਲਿਖ ਕੇ ਕਿ ਇਹ 10 ਪੁਆਇੰਟ ਦਾ ਜਵਾਬ ਤੁਸੀਂ ਦਿਓ। ਮੈਂ ਤੁਹਾਨੂੰ ਬਹੁਤ ਸਾਰੀ ਜਾਣਕਾਰੀ ਦੇਣਾ ਹਾਂ ਕਿ ਮੁਖਤਾਰ ਅੰਸਾਰੀ ਵੱਲੋਂ ਕਿੰਨੇ ਕਤਲ ਪੰਜਾਬ ਦੇ ਵਿੱਚ ਕਰਵਾਏ ਗਏ ਨੇ, ਪੋਲੀਟੀਕਲ ਮਰਡਰ ਕਿੰਨੇ ਕਰਵਾਏ ਗਏ ਨੇ ਜੀ, ਔਰ ਕਿੰਨਾ ਹਾਲਾਤਾਂ ਦੇ ਵਿੱਚ ਉਹਨੂੰ ਇਸ ਜੇਲ੍ਹ ਦੇ ਵਿੱਚ ਰੱਖਿਆ ਗਿਆ ਜੀ। ਉਦੋਂ ਸੁਖਜਿੰਦਰ ਰੰਧਾਵਾ ਜੇਲ੍ਹ ਮੰਤਰੀ ਸੀ, ਠੀਕ ਹੈ, ਉਹਨਾਂ ਕੋਲੋਂ ਵੀ ਜਵਾਬ ਲੈਣਾ ਹੈ, ਹਾਲਾਂਕਿ ਉਹ ਕਿਸੇ ਹੋਰ ਦਾ ਨਾਂ ਲੈਂਦੇ ਨੇ ਕਿ ਮੈਂ ਨਹੀਂ ਜੀ, ਮੇਰਾ ਜਿਹੜਾ ਜੋ ਚੀਫ ਮਿਨਿਸਟਰ ਸੀਗਾ ਉਹਨੇ ਰੱਖਿਆ ਹੋਇਆ ਸੀ। ਲੇਕਿਨ ਸੱਚਾਈ ਤਾਂ ਸਾਹਮਣੇ ਆਉਣੀ ਚਾਹੀਦੀ ਹੈ ਨਾ, ਉਹਨਾਂ ਨੇ ਰੱਖਿਆ ਜਾਂ ਉਹਨਾਂ ਨੇ ਰੱਖਿਆ, ਕਿਸਨੇ ਰੱਖਿਆ। ਮੁਖਤਾਰ ਅੰਸਾਰੀ ਆਇਆ ਤਾਂ ਸਹੀ, ਔਰ ਜੋ ਕੇਸ ਬਣਾਇਆ ਗਿਆ, ਝੂਠਾ ਕੇਸ, ਇੱਕ ਫਰਜ਼ੀ ਕੇਸ ਬਣਾਇਆ ਗਿਆ ਮੋਹਾਲੀ ਦੇ ਵਿੱਚ, 420 ਦਾ ਕਿ ਥ੍ਰੈਟ ਕੀਤਾ ਉਹਨੇ ਜੀ, ਫੋਨ ਕਰਕੇ ਕੀਤਾ ਉਹਨੂੰ ਬਤੌਰ ਮਹਿਮਾਨ। ਅੱਛਾ, ਪੰਜਾਬ ਦੀ ਸਰਕਾਰ, ਉਦੋਂ ਕਾਂਗਰਸ ਦੀ ਸਰਕਾਰ, ਉਹਨਾਂ ਨੇ ਸੁਪਰੀਮ ਕੋਰਟ ਤੱਕ ਲੜਾਈ ਲੜੀ, ਬਿਲਕੁਲ, ਕਿ ਮੈਂ ਜੀ ਉਹ ਕੀ ਨਾਂ ਹੈ ਉਹਨਾਂ ਦੇ ਚੀਫ ਮਿਨਿਸਟਰ ਸਾਹਿਬ ਦਾ ਜੀ, ਯੂਪੀ ਦੇ ਯੋਗੀ, ਕਿ ਮੈਂ ਜੋਗੀ ਸਾਹਿਬ ਨੂੰ ਨਹੀਂ ਦੇਵਾਂਗਾ ਜੀ, ਜੋਗੀ ਸਾਹਿਬ ਮਰਵਾ ਦੇਣਗੇ ਜੀ ਉਹਨੂੰ, ਮੁਖਤਾਰ ਅੰਸਾਰੀ ਨੂੰ। ਦੱਸੋ ਜੀ ਕਿ ਉਹਨੂੰ ਪੰਜਾਬ ਦੇ ਵਿੱਚ ਰੱਖਣ ਦੀ ਲੋੜ ਕੀ ਸੀਗੀ? ਬਿਲਕੁਲ। ਔਰ ਜੇਲ੍ਹ ਨੂੰ 5 ਸਟਾਰ ਬਣਾਇਆ ਗਿਆ ਸੀ, ਜੋ ਉਹਦਾ ਕਮਰਾ ਸੀਗਾ, ਔਰ ਬਾਹਰ ਵੀ ਕਮਰੇ, ਔਰ ਰੋਪੜ ਕਸਬੇ ਦੇ ਵਿੱਚ ਵੀ ਕੁਝ ਮਤਲਬ ਮਕਾਨ ਲੈ ਕੇ ਕਿਰਾਏ ਤੇ ਉਹਦੇ ਕਰਿੰਦਿਆਂ ਨੂੰ ਰੱਖਿਆ ਗਿਆ ਸੀ, ਜੋ ਕਰਿੰਦੇ ਮਰਡਰ ਕਰਾਉਂਦੇ ਸੀ ਪੰਜਾਬ ਦੇ ਵਿੱਚ। ਅਸੀਂ ਗੱਲ ਕਰਦੇ ਹਾਂ ਪੰਜਾਬ ਦੀ, ਪੰਜਾਬੀਅਤ ਦੀ। ਲੇਕਿਨ ਜੇਕਰ ਸਿਆਸਤਦਾਨ ਇਸ ਤਰੀਕੇ ਦਾ ਕੰਮ ਕਰਾਉਣਗੇ, ਤੁਸੀਂ ਦੇਖੋ ਕਿੱਥੇ ਰਹਿ ਗਈ ਪੰਜਾਬੀ, ਕਿੱਥੇ ਰਹਿ ਗਈ ਪੰਜਾਬੀਅਤ? ਸਾਰਾ ਕੁਝ ਸਿਆਸਤਦਾਨ ਕਰਾ ਰਹੇ ਨੇ ਜੀ। ਜਦੋਂ ਮੈਂ ਨੌਕਰੀ ਛੱਡ ਹੀ ਦਿੱਤੀ ਨਾ ਜੀ, ਤੇ ਸਾਰਾ ਕੁਝ ਸਾਹਮਣੇ ਅਸੀਂ ਲੈ ਕੇ ਆਉਣਾ ਹੈ ਜੀ, ਸਾਰਾ ਕੁਝ ਸਾਹਮਣੇ ਲੈ ਕੇ ਆਉਣਾ ਹੈ। ਔਰ ਮੈਨੂੰ ਕੋਈ ਥ੍ਰੈਟ ਨਹੀਂ ਹੈ ਜੀ, ਮੈਨੂੰ ਸਿਕਿਉਰਿਟੀ ਦੇਖੋ, ਮੇਰੀ ਸਿਕਿਉਰਿਟੀ ਚੰਨੀ ਸਾਹਿਬ ਨੇ ਵਾਪਸ ਲੈ ਲਈ, ਕਿਉਂਕਿ ਉਹਨਾਂ ਨੇ ਐਡਵੋਕੇਟ ਜਨਰਲ ਦੀ ਨਿਯੁਕਤੀ ਕੀਤੀ ਸੀ। ਮੈਂ ਬਰਗਾੜੀ ਦੇ ਵਿੱਚ ਜਾ ਕੇ ਬੋਲ ਦਿੱਤਾ ਸੀ, ਉਹਨਾਂ ਨੇ ਸਿਕਿਉਰਿਟੀ ਆਧੀ ਕਰ ਦਿੱਤੀ। ਸੁਖਜਿੰਦਰ ਰੰਧਾਵਾ ਹੋਮ ਮਿਨਿਸਟਰ ਹੁੰਦੇ ਸੀਗੇ, ਮੈਂ ਸੁਖਜਿੰਦਰ ਰੰਧਾਵਾ ਤੇ ਵੀ ਮਤਲਬ ਉਹ ਕੀਤਾ। ਇਹ ਨਹੀਂ ਹੈ ਕਿ ਹਾਂ ਜੀ ਉਹ ਉਸ ਪਾਰਟੀ ਦੇ ਨੇ ਜਾਂ ਉਸ ਪਾਰਟੀ ਦੇ ਨੇ, ਮੈਨੂੰ ਉਸ ਚੀਜ਼ ਦੀ ਵੀ ਕੋਈ ਲੋੜ ਨਹੀਂ ਹੈ। ਮੇਰੀ ਸਾਰੀ ਸਿਕਿਉਰਿਟੀ ਚਲੀ ਜਾਵੇ ਜੀ, ਸਾਰੀ ਸਿਕਿਉਰਿਟੀ ਇਹ ਗੈਂਗਸਟਰਾਂ ਨੂੰ ਦੇ ਦੇਣ, ਉਸ ਦੋਸ਼ੀ ਪਰਿਵਾਰ ਨੂੰ ਦੇ ਦੇਣ, ਮੈਨੂੰ ਕੋਈ ਹਰਜ ਨਹੀਂ ਹੈ ਜੀ, ਮੈਨੂੰ ਸਿਕਿਉਰਿਟੀ ਮਿਲ ਜਾਏਗੀ ਜੀ। ਲੋਕਾਂ ਨੇ ਸਿਕਿਉਰਿਟੀ ਮੇਰੀ ਕਰਨੀ ਹੈ। ਔਰ ਇਹ ਸਾਰਾ ਕੁਝ ਪਰਦਾਫਾਸ਼ ਹੋਣਾ ਹੈ ਕਿ ਪੰਜਾਬ, ਸਾਡੇ ਰਾਸ਼ਟਰਗਾਨ ਦੇ ਵਿੱਚ ਪੰਜਾਬ ਸਭ ਤੋਂ ਪਹਿਲਾਂ ਆਉਂਦਾ ਹੈ, ਨੈਸ਼ਨਲ ਐਂਥਮ ਦੇ ਵਿੱਚ ਪੰਜਾਬ, ਸਿੰਧੂ, ਗੁਜਰਾਤ, ਮਰਾਠਾ। ਕਿਉਂ? ਇਹ ਪੰਜਾਬ ਰੰਗਲਾ ਪੰਜਾਬ ਹੁੰਦਾ ਸੀ। ਜਦੋਂ ਮੈਂ ਨੌਕਰੀ ਛੱਡ ਹੀ ਦਿੱਤੀ ਹੈ ਨਾ ਜੀ, ਤਾਂ ਦੁਬਾਰਾ ਪੰਜਾਬ ਰੰਗਲਾ ਪੰਜਾਬ ਬਣੂਗਾ, ਤੁਸੀਂ ਦੇਖ ਲੈਣਾ। ਔਰ ਇਹ ਸਾਰੀ ਸੱਚਾਈ ਹੈ ਨਾ, ਇਸ ਸੱਚਾਈ ਤੋਂ ਪਰਦਾ ਉੱਠਣਾ ਹੈ ਔਰ ਸੱਚਾਈ ਬਾਹਰ ਆਉਣੀ ਹੈ ਜੀ। ਥੈਂਕ ਯੂ ਸਰ। ਥੈਂਕ ਯੂ ਜੀ। ਇਹ ਸਨ ਕੁੰਵਰ ਵਿਜੇ ਪ੍ਰਤਾਪ, ਇੱਕ ਫਾਈਟਰ ਸਪਿਰਿਟ ਰੱਖਣ ਵਾਲੇ ਆਫੀਸਰ, ਸਾਬਕਾ, ਹੁਣ ਐਮਐਲਏ, ਇੱਕ ਫਾਈਟਰ ਸਿਆਸਤਦਾਨ। ਇਹਨਾਂ ਦੀ ਗੱਲਾਂ ਤੇ ਵਿਸ਼ਵਾਸ ਕਰਨਾ ਪਏਗਾ, ਸਾਥ ਦੇਣਾ ਪਏਗਾ ਸਾਰਿਆਂ ਨੂੰ। ਜੇ ਸੱਚਾਈ ਤੱਕ ਪਹੁੰਚਣਾ ਹੈ, ਜੇ ਪੰਜਾਬ ਦਾ ਕੁਝ ਸੁਧਾਰਨਾ ਹੈ, ਸਾਨੂੰ ਮਿਲ ਕੇ ਕੰਮ ਕਰਨਾ ਪਏਗਾ। ਜੇ ਤੁਸੀਂ ਮੁਖਤਾਰ ਅੰਸਾਰੀ ਬਾਰੇ ਕੁਝ ਜਾਣਨਾ ਚਾਹੁੰਦੇ ਹੋ, ਪੰਜਾਬ ਦਸਤਾਵੇਜ਼ ਦੇ ਕੁਝ ਵੀਡੀਓਜ਼ ਦੇਖ ਲਓ, ਉਹਨਾਂ ਬਾਰੇ ਅਸੀਂ ਲਿਖ ਚੁੱਕੇ ਹਾਂ, ਸੁਣਾ ਚੁੱਕੇ ਹਾਂ। ਉਸ ਮਾਮਲੇ ਦੇ ਵਿੱਚ ਵੀ ਭਗਵੰਤ ਮਾਨ ਨੇ ਕੁਝ ਆਈਪੀਐਸ ਅਫਸਰਾਂ ਦੀ ਜਵਾਬ ਤਲਬੀ ਮੰਗੀ ਆ, ਲਿਸਟ ਮੰਗੀ ਆ ਡੀਜੀਪੀ ਤੋਂ। ਪ੍ਰਸ਼ਨ ਮੇਰਾ ਹੈ, ਪ੍ਰਸ਼ਨ ਮੇਰੇ ਵੱਲੋਂ ਕੀਤਾ ਗਿਆ ਹੈ, ਇਹ ਇਹਨਾਂ ਵੱਲੋਂ ਕੀਤਾ ਗਿਆ। ਸੋ ਮੇਰਾ ਕਹਿਣ ਦਾ ਮਤਲਬ ਆ ਕਿ ਇੱਕ ਫਾਈਟਰ ਸਪਿਰਿਟ ਰੱਖਣ ਵਾਲੇ,
ਇਮਾਨਦਾਰ ਸੂਝਵਾਨ ਸਾਬਕਾ ਆਈਪੀਐਸ ਆਫਿਸਰ ਕੁੰਵਰ ਵਿਜੇ ਪ੍ਰਤਾਪ, ਉਹਨਾਂ ਤੋਂ ਹੁਣ ਆਪਾਂ ਆਗਿਆ ਲੈਂਦੇ ਹਾਂ ਤੇ ਉਹਨਾਂ ਨੂੰ ਸੈਲਿਊਟ ਕਰਦੇ ਹਾਂ। ਧੰਨਵਾਦ ਜੀ। ਥੈਂਕ ਯੂ ਜੀ।